सो असी 24वां भाव गिणती का 220 पन्ना उसकी 14 आयत तो लैके और असी 25 आयत तक दोबारा देखा। ਬਿਲਿਆਮ ਦਾ ਅੰਤਮ ਅਗੰਮੀ ਵਾਕ। ਬਿਲਿਆਮ ਨੇ ਰਾਜਾ ਬਲਾਕ ਨੂੰ ਕਿਹਾ, ਮੈਂ ਆਪਣੇ ਲੋਕਾਂ ਕੋਲ ਵਾਪਸ ਜਾ ਰਿਹਾ ਹਾਂ, ਪਰ ਮੈਂ ਜਾਣ ਤੋਂ ਪਹਿਲਾਂ ਤੈਨੂੰ ਦੱਸਣਾ ਚਾਹੁੰਦਾ ਹਾਂ ਕਿ ਇਜ਼ਰਾਈਲੀ ਲੋਕ ਅੱਗੇ ਆਉਣ ਵਾਲੇ ਦਿਨਾਂ ਵਿੱਚ ਤੇਰੇ ਲੋਕਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਨਗੇ। ਫਿਰ ਬਿਲਿਆਮ ਨੇ ਇਸ ਤਰ੍ਹਾਂ ਅਗੰਮੀ ਵਾਕ ਕਰਨਾ ਸ਼ੁਰੂ ਕੀਤਾ। ਬਿਓਰ ਦੇ ਪੁੱਤਰ ਬਿਲਿਆਮ ਦਾ ਸੰਦੇਸ਼। ਜੋ ਠੀਕ ਤਰ੍ਹਾਂ ਨਾਲ ਦੇਖ ਸਕਦਾ ਹੈ, ਜੋ ਪਰਮੇਸ਼ਰ ਦੀ ਆਵਾਜ਼ ਸੁਣ ਸਕਦਾ ਹੈ, ਜੋ ਪਰਮ ਪ੍ਰਧਾਨ ਦੀ ਸਮਝ ਪ੍ਰਾਪਤ ਕਰਦਾ ਹੈ, ਜੋ ਸਰਵ ਸ਼ਕਤੀਮਾਨ ਦਾ ਦਰਸ਼ਨ ਕਰ ਸਕਦਾ ਹੈ, ਜੋ ਆਪਣੀਆਂ ਅੱਖਾਂ ਹਮੇਸ਼ਾ ਖੁੱਲੀਆਂ ਰੱਖਦਾ ਹੈ, ਮੈਂ ਇਜ਼ਰਾਈਲ ਦਾ ਭਵਿੱਖ ਦੇਖ ਸਕਦਾ ਹਾਂ। ਯਾਕੂਬ ਦੇ ਵੰਸ਼ ਤੋਂ ਇੱਕ ਸ਼ਕਤੀਸ਼ਾਲੀ ਰਾਜਾ ਪੈਦਾ ਹੋਵੇਗਾ, ਜਿਸ ਦੇ ਹੱਥ ਵਿੱਚ ਇੱਕ ਰਾਜਦੰਡ ਹੋਵੇਗਾ। ਉਹ ਮੁਆਬ ਨੂੰ ਮਿੱਧੇਗਾ ਅਤੇ ਘਮੰਡੀਆਂ ਦਾ ਸਿਰ ਨੀਵਾਂ ਕਰੇਗਾ। ਉਸਦੇ ਵੈਰੀਆਂ ਦੇ ਦੇਸ਼ ਆਦੋਮ ਤੇ ਸੇਈਰ ਉਸਦਾ ਵਿਰਸਾ ਹੋਣਗੇ। ਉਹ ਆਪਣੀ ਬਹਾਦਰੀ ਨਾਲ ਅੱਗੇ ਵੱਧਦਾ ਜਾਵੇਗਾ। ਇਸਰਾਏਲੀ ਲੋਕ ਆਪਣੇ ਵੈਰੀਆਂ ਨੂੰ ਪੈਰਾਂ ਹੇਠ ਮਿੱਧਣਗੇ ਅਤੇ ਬਾਕੀ ਬੱਚਿਆਂ ਨੂੰ ਖਤਮ ਕਰ ਦੇਣਗੇ। ਇਹ ਵਚਨ ਕਹਿ ਚੁੱਕਣ ਦੇ ਪਿੱਛੋਂ ਬਿਲਿਆਮ ਨੇ ਅਮਾਲੇਕੀ ਲੋਕਾਂ ਵੱਲ ਦੇਖ ਕੇ ਇਹ ਅਗੰਮੀ ਵਾਕ ਕੀਤਾ। ਅਮਾਲੇਕੀ ਇੱਕ ਸ਼ਕਤੀਸ਼ਾਲੀ ਕੌਮ ਸੀ, ਪਰ ਅੰਤ ਇਹ ਵੀ ਨਾਸ਼ ਹੋ ਜਾਵੇਗੀ। ਬਿਲਿਆਮ ਨੇ ਆਪਣੇ ਦਰਸ਼ਨ ਵਿੱਚ ਕੇਨੀ ਲੋਕਾਂ ਬਾਰੇ ਵੀ ਜਾਣਿਆ ਅਤੇ ਉਹਨਾਂ ਬਾਰੇ ਇਹ ਅਗੰਮੀ ਵਾਕ ਕੀਤਾ। ਤੇਰੇ ਰਹਿਣ ਦੀ ਥਾਂ ਸੁਰੱਖਿਅਤ ਹੈ, ਉਹ ਤੇਰਾ ਪੱਕੀ ਚਟਾਨ ਤੇ ਹੈ, ਪਰ ਫਿਰ ਵੀ ਕੇਨੀ ਲੋਕ ਉਜਾੜ ਦਿੱਤੇ ਜਾਣਗੇ। ਬਿਲਿਆਮ ਨੇ ਆਪਣੇ ਅਗੰਮੀ ਵਾਕ ਦੇ ਸਾਰ ਵਿੱਚ ਇਹ ਵਚਨ ਕਿਹਾ, ਪਰਮੇਸ਼ਰ ਦੀ ਇੱਛਾ ਤੋਂ ਕੌਣ ਜਿਉਂਦਾ ਰਹਿ ਸਕਦਾ ਹੈ। ਕਤੀਮ ਦੀ ਥਾਂ ਤੇ ਬੇੜੇ ਆ ਕੇ ਹੱਲਾ ਬੋਲਣਗੇ। ਉਹ ਅਸ਼ੂਰ ਤੇ ਏਬਰ ਨੂੰ ਜਿੱਤ ਲੈਣਗੇ, ਪਰ ਉਹ ਫਿਰ ਵੀ ਹਮੇਸ਼ਾ ਦੇ ਲਈ ਨਾਸ਼ ਹੋ ਜਾਣਗੇ। ਇਹ ਕਹਿ ਕੇ ਬਿਲਿਆਮ ਤਿਆਰ ਹੋ ਕੇ ਆਪਣੇ ਘਰ ਨੂੰ ਚਲਾ ਗਿਆ ਤੇ ਬਲਾਕ ਵੀ ਆਪਣੇ ਰਾਹੇ ਚਲਾ ਗਿਆ। ਸੋ ਜਿਸ ਲਈ ਅਸੀਂ ਇਸ ਵਚਨ ਨੂੰ ਪੜ੍ਹਦੇ ਪਏ ਹਾਂ, ਇੱਥੇ ਸਾਨੂੰ ਇੱਕ ਚੀਜ਼ ਦੇਖਣ ਨੂੰ ਮਿਲਦੀ ਆ। ਅਸੀਂ ਜੋ ਪ੍ਰਭੂ ਯਿਸੂ ਮਸੀਹ ਦੇ ਵਿੱਚ ਆ, ਜੋ ਉਹ ਲੋਕ ਕਹਿੰਦੇ ਕੀਤਾ ਕਰਾਇਆ ਕਿਸੇ ਦਾ, ਕਿਸੇ ਨੇ ਕੁਛ ਕਰ ਦਿੱਤਾ, ਕਿਸੇ ਨੇ ਕੁਛ ਕਰਾ ਦਿੱਤਾ, ਉਹ ਚੀਜ਼ਾਂ ਦਾ ਸਾਡੇ ਤੇ ਅਸਰ ਨਹੀਂ ਹੁੰਦਾ। ਅਸੀਂ ਪ੍ਰਭੂ ਦੇ ਲੋਕ, ਅਸੀਂ ਵੱਖਰੇ ਕੀਤੇ ਗਏ ਲੋਕ, ਉਹਨਾਂ ਚੀਜ਼ਾਂ ਦਾ ਸਾਡੇ ਤੇ ਅਸਰ ਨਹੀਂ ਹੁੰਦਾ। ਉਹ ਅਸਰ ਸਿਰਫ ਉਸ ਵੇਲੇ ਹੁੰਦਾ ਜਿਸ ਲਈ ਅਸੀਂ ਦਰਵਾਜ਼ਾ ਖੋਲਦੇ। ਲੇਕਿਨ ਅਗਰ ਅਸੀਂ ਪ੍ਰਭੂ ਨੂੰ ਇੱਕ ਸੁਰੱਖਿਅਤ ਕਿਲੇ ਦੇ ਵਿੱਚ ਪ੍ਰਭੂ ਨੇ ਸਾਨੂੰ ਰੱਖਿਆ, ਉਸਨੇ ਸਾਨੂੰ ਆਪਣੇ ਹੱਥਾਂ ਦੀ ਛਾਂ ਦੇ ਵਿੱਚ ਰੱਖਿਆ ਹੈ। ਔਰ ਜੇ ਅਸੀਂ ਉਹ ਹੱਥਾਂ ਦੀ ਛਾਂ ਤੋਂ ਬਾਹਰ ਜਾਂਦੇ, ਅਸੀਂ ਆਪਣੇ ਛੋਟੇ ਰਸਤੇ ਤੋਂ ਬਾਹਰ ਜਾਂਦੇ ਕਿਸੇ ਵੀ ਕਾਰਨ ਤੇ ਫਿਰ ਸਾਨੂੰ ਉਹ ਦੁੱਖ ਜ਼ਰੂਰ ਪਹੁੰਚਦਾ। ਸੋ ਬਿਲਿਆਮ ਨੇ ਪਿਛਲੀ 3 ਵਾਰੀ ਤਾਂ ਉਹ ਸਰਾਫ ਦੇਣ ਦੇ ਲਈ ਵੱਖਰੀ ਵੱਖਰੀ ਜਗ੍ਹਾ ਤੇ ਗਿਆ। ਹੁਣ ਤੱਕ ਉਹਨਾਂ ਨੇ 21 ਬੇਦੀਆਂ ਦੇ ਉੱਤੇ ਆਲਮੋਸਟ 42 ਬਲੀਆਂ ਦੇ ਦਿੱਤੀਆਂ, ਲੇਕਿਨ ਉਹਨਾਂ ਵਿੱਚੋਂ ਕੋਈ ਵੀ ਹਰ ਵਾਰੀ ਉਸਦੇ ਮੂੰਹ ਦੇ ਵਿੱਚੋਂ ਇਜ਼ਰਾਈਲ ਕੌਮ ਦੇ ਲਈ ਬਰਕਤ ਨਿਕਲਦੀ ਪਈ ਹੈ, ਕਿਉਂਕਿ ਪ੍ਰਭੂ ਨੇ ਉਸਨੂੰ ਦਰਸ਼ਨ ਦੇ ਕੇ ਇਹ ਚੀਜ਼ ਕਹੀ ਕਿ ਜੋ ਮੈਂ ਤੈਨੂੰ ਕਹਾਂ ਤੂੰ ਉਹ ਬੋਲੀ, ਔਰ ਤੂੰ ਉਹ ਸਭ ਕੁਛ ਬਲਾਕ ਜਿਹੜਾ ਰਾਜਾ ਆ ਉੱਥੇ ਦਾ ਉਸਨੂੰ ਇਹ ਦੱਸੇ। ਲੇਕਿਨ ਜਾਂਦਾ ਜਾਂਦਾ ਉਹ ਬਲਾਕ ਦੇ ਕੰਨ ਦੇ ਵਿੱਚ ਕੁਝ ਦੱਸ ਗਿਆ ਹੈ, ਔਰ ਰਾਜਾ ਬਲਾਕ ਨੇ ਉਹ ਸਾਨੂੰ ਉੱਥੋਂ ਪਤਾ ਲੱਗਦਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਵਚਨ ਦੇ ਵਿੱਚ 4 ਵਾਰੀ ਬਿਲਿਆਮ ਦੇ ਉੱਤੇ ਦੱਸਿਆ ਗਿਆ ਕਿ ਤੁਸੀਂ ਬਿਲਿਆਮ ਵਰਗੇ ਕੰਮ ਨਾ ਕਰੋ। 4 ਵਾਰੀ ਵਚਨ ਦੇ ਵਿੱਚ। ਅਗਰ ਤੁਸੀਂ ਲਿਖਣਾ ਮੰਗਦੇ ਆ ਵਿਵਸਥਾ ਸਾਰ ਦਾ 23ਵਾਂ ਭਾਵ ਦੇ ਵਿੱਚ ਇਹ ਆਉਂਦਾ। ਦੂਸਰਾ ਪਤਰਸ ਉਹਦਾ 2 ਚੈਪਟਰ ਉਸਦੇ ਬਾਰੇ ਆਉਂਦਾ, ਉਹ ਵੀ ਝੂਠੇ ਨਬੀਆਂ ਦੇ ਬਾਰੇ ਹੈ। ਔਰ ਇਸੇ ਤਰ੍ਹਾਂ ਜੂਡ ਦੀ ਉਹਦਾ ਇੱਕੋ ਹੀ ਚੈਪਟਰ, ਜੂਡ ਦੀ ਪੁਸਤਕ ਦੇ ਵਿੱਚ ਵੀ ਇਹ ਆਉਂਦਾ। ਜੂਡ ਦੀ ਪੁਸਤਕ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਕਿ ਉਸ ਨੇ ਜਾਂਦੇ ਜਾਂਦੇ ਇਹ ਦੱਸ ਦਿੱਤਾ ਕਿ ਇਹ ਲੋਕ ਤੇਰੇ ਓਦਾਂ ਕਾਬੂ ਨਹੀਂ ਆਉਣੇ। ਇੱਕੋ ਹੀ ਤਰੀਕਾ, ਅਗਰ ਤੂੰ ਉੱਥੇ ਲੜਕੀਆਂ ਨੂੰ ਘੱਲੇ ਤੇ ਉਹ ਇਹਨਾਂ ਤੋਂ ਬੁੱਤ ਪ੍ਰਸਤੀ ਕਰਵਾ, ਉਹਨਾਂ ਨੂੰ ਲਿਆ ਕੇ ਬੁੱਤ ਪ੍ਰਸਤੀ ਕਰਵਾ, ਤਾਂ ਫਿਰ ਤੂੰ ਇਹਨਾਂ ਨੂੰ ਹਾਰ ਦੇ ਸਕਦਾ। ਫਿਰ ਤੈਨੂੰ ਹਾਰ ਦੇਣ ਦੀ ਲੋੜ ਨਹੀਂ, ਇਹਨਾਂ ਦੇ ਪ੍ਰਭੂ ਨੇ ਇਹਨਾਂ ਨੂੰ ਸਜ਼ਾ ਦਿੱਤੀ ਔਰ ਤੇਰਾ ਬਚਾਅ ਹੋ ਗਿਆ।
ਸੋ ਜਿਸ ਲਈ ਅਸੀਂ 25ਵਾਂ ਭਾਵ ਪੜ੍ਹਦੇ ਪਏ ਹਾਂ ਤੇ ਅਸੀਂ ਇਹ ਹੁੰਦਾ ਦੇਖਦੇ ਪਏ ਹਾਂ। ਉਸਨੇ ਆਪਣੀਆਂ ਹੱਦਾਂ ਜਿਹੜੀਆਂ ਆ ਜਿੱਥੇ ਫੌਜਾਂ ਲਾਈਆਂ ਸੀ ਉਹਨੂੰ ਢਿੱਲੀਆਂ ਕਰ ਦਿੱਤੀਆਂ। ਹੁਣ ਇਜ਼ਰਾਈਲ ਦੇ ਲੋਕ ਜਿਹੜੇ ਆ, ਇਜ਼ਰਾਈਲੀ ਜਿਹੜੇ ਲੋਕ ਆ, ਉਹ ਖਾਸ ਕਰਕੇ ਜਿਹੜੇ ਸਪੈਸ਼ਲ ਲੋਕ ਆ, ਜਿਹੜੇ ਆਏ ਉਹ ਹੈਗੇ ਆ, ਜਿੱਦਾਂ ਕਿ ਜਿਹਨਾਂ ਦੀਆਂ ਮਾਵਾਂ ਜਿਹੜੀਆਂ ਸੀ ਇਜ਼ਰਾਈਲੀ ਸੀ ਔਰ ਜਿਹਨਾਂ ਦੇ ਬਾਪ ਮਿਸਰੀ ਸੀ, ਔਰ ਜਿਹੜੇ ਉੱਥੇ ਖਾਂਦੇ ਪੀਂਦੇ ਆਏ ਆ, ਜਿਹਨਾਂ ਨੂੰ ਉਹ ਚੀਜ਼ਾਂ ਚੰਗੀਆਂ ਲੱਗਦੀਆਂ, ਉਹ ਹੁਣ ਥੋੜੇ ਬਹੁਤੇ ਰਹਿ ਗਏ ਆ। ਉਹਨਾਂ ਦੀ ਗਿਣਤੀ ਹੁਣ ਹਜ਼ਾਰਾਂ ਦੇ ਵਿੱਚ ਆ, ਹੁਣ ਲੱਖਾਂ ਦੇ ਵਿੱਚ ਨਹੀਂ ਰਹਿ ਗਈ। ਮੋਸਟਲੀ ਉਹਨਾਂ ਚੋਂ ਮਰ ਮੁੱਕ ਗਏ। ਔਰ ਉਹਨਾਂ ਨੇ ਜਿਸ ਲਈ ਹੁਣ ਦੇਖਣਾ ਹੈਗਾ ਕਿ ਉੱਥੇ ਮੰਦਿਰ ਆ, ਮੰਦਿਰਾਂ ਦੇ ਵਿੱਚ ਖਾਣ ਨੂੰ ਤਰ੍ਹਾਂ ਤਰ੍ਹਾਂ ਦਾ ਮਿਲਦਾ, ਤੇ ਉਹਨਾਂ ਨੇ ਹੁਣ ਇਹ ਕੰਮ ਕਰਨੇ। ਸੋ ਆਓ ਮੇਰੇ ਨਾਲ 25ਵਾਂ ਭਾਵ ਇਸ ਦੀਆਂ ਅਸੀਂ ਪਹਿਲੀਆਂ 13 ਆਇਤਾਂ। ਇਸ ਤੋਂ ਪਹਿਲਾਂ ਮੈਂ ਇੱਧਰ ਨੂੰ ਜਾਵਾਂ, ਆਓ ਅਸੀਂ ਇਸ ਚੈਪਟਰ ਨੂੰ ਜਿਹੜਾ ਅਸੀਂ ਪੜ੍ਹਿਆ ਉਸ ਦੇ ਵਿੱਚ ਮਾੜਾ ਜਿਹਾ ਉਸ ਵਿੱਚ ਦੋ ਚੀਜ਼ਾਂ ਮੈਂ ਤੁਹਾਨੂੰ ਦਿਖਾਉਣਾ ਮੰਗਦਾ। ਜਿਹੜੀ 17ਵੀਂ ਆਇਤ ਆ ਇਹ ਦਾਊਦ ਦੇ ਬਾਰੇ। ਇਹ ਜਿਹੜੀ 17ਵੀਂ ਆ ਇਹ ਦਾਊਦ ਦੀ ਭਵਿੱਖਬਾਣੀ, ਕਿ ਦਾਊਦ ਨੇ ਜਿਹੜਾ ਆਉਣਾ ਤੇ ਉਸਦੇ ਹੱਥ ਦੇ ਵਿੱਚ ਮੈਂ ਰਾਜ ਦੰਡ ਦਊਂਗਾ। ਔਰ ਉਹ ਇਹਨਾਂ ਕੌਮਾਂ ਦੇ ਉੱਤੇ ਜਿਹੜਾ ਪੂਰਾ ਕਬਜ਼ਾ ਜਿਹੜਾ ਕੀਤਾ ਸੀਗਾ ਉਹ ਦਾਊਦ ਨੇ ਕੀਤਾ ਸੀ। ਪੂਰਾ ਕਬਜ਼ਾ ਜਿਹੜਾ ਉਹ ਰਾਜਾ ਸਾਊਲ ਦੇ ਕੋਲੋਂ ਨਹੀਂ ਹੋਇਆ ਸੀ, ਦਾਊਦ ਨੇ ਕੀਤਾ ਸੀ। ਦਾਊਦ ਨੇ ਕਿੰਗਡਮ ਵਧਾਈ ਸੀ ਆਪਣੀ। ਦਾਊਦ ਨੇ ਜਿਹੜੀ ਵਾਅਦੇ ਦੀ ਧਰਤੀ ਸੀ ਉਸਨੇ ਉਹ ਪੂਰੀ ਦੀ ਪੂਰੀ ਜਿੱਤ ਉਹਨੇ ਪ੍ਰਾਪਤ ਕੀਤੀ ਸੀ। ਔਰ ਜਿਹੜਾ ਜਰੂਸਲਮ ਦਾ ਇਲਾਕਾ ਸੀ ਉਹ ਵੀ ਦਾਊਦ ਨੇ ਆ ਕੇ ਜਿੱਤਿਆ ਸੀ। ਔਰ ਇਹ ਮਦਿਆਨੀ ਇਹਨਾਂ ਦੇ ਹੱਲੇ ਬਹੁਤ ਘੱਟ ਗਏ ਸੀ ਇਜ਼ਰਾਈਲ ਦੇ ਉੱਤੇ ਦਾਊਦ ਦੇ ਸਮੇਂ 'ਚ। ਸੈਨਾ ਵੱਡੀ ਸੀ ਔਰ ਤਾਕਤਵਰ ਸੀ। ਸੋ ਅਸੀਂ ਕੀ ਇੱਥੇ ਦੇਖਦੇ ਪਏ ਕਿ ਉਹ ਇਹਨਾਂ ਸਾਰਿਆਂ ਦੇਸ਼ਾਂ ਦੇ ਉੱਤੇ ਜਿਹੜਾ ਦਾਊਦ ਆ ਉਹ ਫਤਿਹ ਦਵਾਏਗਾ, ਉਹ ਬਰਕਤ ਦਵਾਏਗਾ। ਸੋ ਅਸੀਂ ਉਸ ਦੇ ਬਾਰੇ ਦੇਖਦੇ ਪਏ ਹਾਂ। ਔਰ ਬਾਕੀ ਜਿਹੜੀਆਂ ਉੱਥੇ ਦੀਆਂ ਲੋਕ ਆ, ਜਿਹੜੇ ਉੱਥੇ ਲੋਕ ਬਸੇ ਹੋ, ਜਿਹਨਾਂ ਦੇ ਬਾਰੇ ਦੱਸਿਆ ਪ੍ਰਭੂ ਨੇ ਕਿ ਮੈਂ ਤੁਹਾਨੂੰ ਅਮਾਲੇਕੀਆਂ ਦੀ, ਕਨਾਨੀਆਂ ਦੀ, ਕਨਿਜੀਆਂ ਦੀ ਇਹ ਸਾਰੀ ਧਰਤੀ ਮੈਂ ਤੁਹਾਨੂੰ ਦੇਵਾਂਗਾ। ਸੋ ਉਹ ਜਿਹੜਾ ਹੈਗਾ ਉਹ ਉਹਨਾਂ ਸਾਰਿਆਂ ਦਾ ਹਾਲ ਦੇਖ ਕੇ ਦੱਸਦਾ ਪਿਆ ਕਿ ਇਹਨਾਂ ਲੋਕਾਂ ਨੇ ਇਹਨਾਂ ਸਾਰਿਆਂ ਰਾਜਾਂ ਦਾ ਹਾਲ ਕੀ ਕਰਨਾ ਹੈ। ਇਹਨਾਂ ਦੇ ਵਿੱਚੋਂ ਕੋਈ ਨਹੀਂ ਇੱਥੇ ਰਹਿਣਾ, ਇਹਨਾਂ ਦੇ ਵਿੱਚੋਂ ਕੋਈ ਨਹੀਂ ਬਚਣਾ, ਕਿਉਂਕਿ ਪ੍ਰਭੂ ਨੇ ਇਹਨਾਂ ਨੂੰ ਆਲਰੇਡੀ ਜਿੱਤ ਦੇ ਦਿੱਤੀ। ਸੋ ਹੁਣ ਅਸੀਂ ਜਿਸ ਲਈ 25ਵੇਂ ਭਾਗ ਦੇ ਉੱਤੇ ਆਉਨੇ ਆ, ਤੇ ਜਿਹੜਾ ਇਸ ਵੇਲੇ ਜਿਹੜਾ ਜਿੱਥੇ ਉਹ ਬੈਠੇ ਹੋ ਆ, ਮੁਆਬ ਦੇ ਲਾਗੇ ਬੈਠੇ ਹੋ ਆ, ਮੁਆਬ ਦੇ ਰਾਜੇ ਨੇ ਹੁਣ ਇੱਕ ਚਾਲ ਖੇਲਣੀ ਆ ਕਿ ਤਾਂ ਕਿ ਇਹ ਜਿਹੜੇ ਲੋਕ ਆ, ਪ੍ਰਭੂ ਦੇ ਜਿਹੜੇ ਲੋਕ ਆ, ਇਹਨਾਂ ਨੂੰ ਉਸਨੇ ਬੁੱਤ ਪ੍ਰਸਤੀ ਦੇ ਵਿੱਚ ਪਾਉਣਾ ਔਰ ਫਿਰ ਉਹਨਾਂ ਲੋਕਾਂ ਨੂੰ ਹੁਣ ਸਜ਼ਾ ਮਿਲਣੀ। ਸੋ ਆਓ ਮੇਰੇ ਨਾਲ ਜਿਸ ਨੂੰ ਮਿਲ ਜਾਏ। ਪਹਿਲੀਆਂ ਅਸੀਂ ਪਹਿਲੀਆਂ 15 ਆਇਤਾਂ ਦੇਖ ਮੈਂ ਪੜ੍ਹ ਦਿੰਦਾ ਪਾਸਟਰ ਜੀ। ਗੋ ਹੈਡ ਮੇਰੇ। ਸਾਰਿਆਂ ਨੂੰ ਜੈ ਮਸੀਹ ਦੀ। ਸਫਾ ਹੈਗਾ 221। ਇਸਰਾਇਲੀ ਲੋਕ ਪਿਓਰ ਦੀ ਥਾਂ ਤੇ। ਜਦੋਂ ਇਸਰਾਇਲੀ ਲੋਕ ਸਟੀਮ ਦੀ ਵਾਦੀ ਵਿੱਚ ਰਹਿ ਰਹੇ ਸਨ ਤਾਂ ਉੱਥੇ ਇਸਰਾਇਲੀ ਆਦਮੀਆਂ ਨੇ ਮੁਆਬੀ ਔਰਤਾਂ ਨਾਲ ਵਿਭਾਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਔਰਤਾਂ ਨੇ ਇਸਰਾਇਲੀ ਆਦਮੀਆਂ ਨੂੰ ਆਪਣੇ ਤਿਉਹਾਰਾਂ ਸਮੇਂ ਸੱਦਿਆ ਅਤੇ ਆਪਣੇ ਦੇਵਤਿਆਂ ਸਾਹਮਣੇ ਚੜਾਈਆਂ ਭੇਟਾਂ ਉਹਨਾਂ ਨੂੰ ਦਿੱਤੀਆਂ। ਉਹਨਾਂ ਦੇ ਦੇਵਤਿਆਂ ਦੀ ਪੂਜਾ ਵੀ ਕੀਤੀ। ਇਸ ਤਰ੍ਹਾਂ ਇਸਰਾਇਲੀਆਂ ਨੇ ਪਿਓਰ ਦੇ ਬਵਾਲ ਦੇਵਤੇ ਦੇ ਆਪਣੇ ਆਪ ਨੂੰ ਦਾਸ ਬਣਾਇਆ। ਇਹ ਦੇਖ ਕੇ ਪ੍ਰਭੂ ਦਾ ਗੁੱਸਾ ਉਹਨਾਂ ਦੇ ਵਿਰੁੱਧ ਭੜਕ ਉੱਠਿਆ। ਇਸ ਲਈ ਉਸਨੇ ਮੂਸਾ ਨੂੰ ਕਿਹਾ, ਤੂੰ ਇਸਰਾਇਲ ਦੇ ਸਭ ਆਗੂਆਂ ਨੂੰ ਲੈ ਕੇ ਧੁੱਪ ਵਿੱਚ ਪ੍ਰਭੂ ਦੇ ਸਾਹਮਣੇ ਫਾਂਸੀ ਚੜਾ। ਇਸ ਤਰ੍ਹਾਂ ਪ੍ਰਭੂ ਦਾ ਕ੍ਰੋਧ ਤੁਹਾਡੇ ਉੱਤੇ ਨਹੀਂ ਭੜਕੇਗਾ। ਤਦ ਮੂਸਾ ਨੇ ਨਿਆਂ ਅਧਿਕਾਰੀਆਂ ਨੂੰ ਕਿਹਾ, ਤੁਸੀਂ ਆਪਣੇ ਆਪਣੇ ਕਬੀਲੇ ਦੇ ਉਹਨਾਂ ਸਭ ਆਦਮੀਆਂ ਨੂੰ ਮਾਰ ਦੇਵੋ ਜਿਨ੍ਹਾਂ ਨੇ ਪਿਓਰ ਦੇ ਦੇਵਤੇ ਦੀ ਪੂਜਾ ਕੀਤੀ ਹੈ। ਉਸ ਸਮੇਂ ਜਦੋਂ ਲੋਕ ਸੰਗਤ ਦੇ ਤੰਬੂ ਦੇ ਬੂਹੇ ਅੱਗੇ ਸੋਗ ਕਰ ਰਹੇ ਸਨ ਤਾਂ ਇੱਕ ਇਸਰਾਇਲੀ ਆਦਮੀ ਮੂਸਾ ਦੇ ਸਾਹਮਣੇ ਹੀ ਇੱਕ ਮਿਦਿਆਨੀ ਔਰਤ ਨੂੰ ਆਪਣੇ ਤੰਬੂ ਵਿੱਚ ਲੈ ਗਿਆ। ਪਰ ਜਦੋਂ ਪੁਰੋਹਿਤ ਹਾਰੂਨ ਦੇ ਪੋਤੇ ਫਨੀਹਾਸ ਅਰਥਾਤ ਅਲ ਅਜ਼ਾਰ ਦੇ ਪੁੱਤਰ ਨੇ ਇਹ ਦੇਖਿਆ ਤਾਂ ਉਸਨੇ ਸੰਗਤ ਵਿੱਚੋਂ ਉੱਠ ਕੇ ਆਪਣੇ ਹੱਥ ਵਿੱਚ ਨੇਜਾ ਲਿਆ ਅਤੇ ਉਹ ਉਸ ਆਦਮੀ ਅਤੇ ਔਰਤ ਦੇ ਪਿੱਛੇ ਤੰਬੂ ਦੇ ਅੰਦਰ ਗਿਆ।
ਉਸ ਨੇ ਉਹਨਾਂ ਦੋਹਾਂ ਨੂੰ ਨੇਜੇ ਨਾਲ ਬੰਨ੍ਹ ਦਿੱਤਾ ਹੈ। ਇਸਰਾਏਲੀਆਂ ਵਿੱਚ ਜੋ ਮਰੀ ਫੈਲ ਗਈ ਸੀ ਉਹ ਰੁਕ ਗਈ, ਪਰ ਇਸ ਮਰੀ ਨਾਲ ਪਹਿਲਾਂ ਹੀ 24,000 ਲੋਕ ਮਰ ਚੁੱਕੇ ਸਨ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਫਿਨਹਾਸ ਨੇ ਜੋ ਕੰਮ ਕੀਤਾ ਹੈ ਉਸ ਤੋਂ ਮੈਂ ਖੁਸ਼ ਹਾਂ। ਉਸਨੇ ਮੇਰੀ ਵਫਾਦਾਰੀ ਸੰਬੰਧੀ ਅਣਖ ਦਿਖਾਈ ਹੈ ਅਤੇ ਮੇਰੇ ਕ੍ਰੋਧ ਨਾਲ ਇਸਰਾਏਲੀਆਂ ਨੂੰ ਭਸਮ ਹੋਣ ਤੋਂ ਬਚਾ ਲਿਆ ਹੈ। ਹੁਣ ਤੂੰ ਉਸ ਨੂੰ ਮੇਰੇ ਵੱਲੋਂ ਇਹ ਕਹਿ, ਮੈਂ ਉਸ ਨਾਲ ਇੱਕ ਮੇਲ ਦਾ ਨੇਮ ਬੰਨ ਰਿਹਾ ਹਾਂ। ਇਹ ਨੇਮ ਪੀੜ੍ਹੀਓਂ ਪੀੜ੍ਹੀ ਉਸ ਦੇ ਵੰਸ਼ ਦੇ ਲਾਗੂ ਹੋਵੇਗਾ। ਉਸ ਦੇ ਵੰਸ਼ ਦੇ ਲੋਕ ਹਮੇਸ਼ਾ ਮੇਰੀ ਪੁਰਖਤਾਈ ਸੇਵਾ ਦੇ ਹੱਕਦਾਰ ਰਹਿਣਗੇ, ਕਿਉਂਕਿ ਉਸਨੇ ਆਪਣੇ ਪਰਮੇਸ਼ਰ ਵੱਲ ਅਣਖ ਦਿਖਾਈ ਹੈ ਅਤੇ ਇਸਰਾਇਲ ਨੂੰ ਬਚਾ ਲਿਆ ਹੈ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਅਸੀਂ ਜਿਸ ਵੇਲੇ ਇਸ ਪ੍ਰਭੂ ਦੇ ਵਚਨ ਦੇ ਵਿੱਚ ਅਸੀਂ ਕੀ ਦੇਖਦੇ ਪਏ ਹਾਂ ਕਿ ਹੋਰ ਕਿਸੇ ਤਰੀਕੇ ਦੇ ਨਾਲ ਇਹ ਲੋਕ ਕਾਬੂ ਨਹੀਂ ਆਉਣੇ। ਸੋ ਕਿੱਦਾਂ ਇਹਨਾਂ ਨੂੰ ਕਾਬੂ ਕੀਤਾ ਜਾਵੇ, ਇਹਨਾਂ ਨੂੰ ਪਾਪ ਦੇ ਵਿੱਚ ਸੁੱਟਿਆ ਜਾਵੇ। ਐਂਡ ਇਹ ਜਿਹੜੀ ਚੀਜ਼ ਆ ਅੱਜ ਵੀ ਜਿਹੜਾ ਵੈਰੀ ਆ ਸਾਡੇ ਉੱਤੇ ਅਪਣਾਉਂਦਾ ਹੈ। ਉਸਨੂੰ ਪਤਾ ਆ ਕਿ ਹੋਰ ਕੋਈ ਰਸਤਾ ਨਹੀਂ। ਸੋ ਉਹ ਸਾਡੇ ਰਸਤੇ ਦੇ ਵਿੱਚ ਫਿਰ ਐਸੀਆਂ ਚੀਜ਼ਾਂ ਲੈ ਕੇ ਆਉਂਦਾ ਜਿਹੜੀਆਂ ਉਸਨੇ ਕਿਹਾ ਕਿ ਜਿੱਦਾਂ ਉਸਨੇ ਕਿਹਾ ਕਿ ਫਲ ਦੇਖਣ ਨੂੰ ਸੋਹਣਾ ਆ, ਖਾਣ ਦੇ ਵਿੱਚ ਸਵਾਦੀ ਆ, ਇਹ ਸੱਚਮੁੱਚ ਮਨੁੱਖ ਨੂੰ ਸਮਝਦਾਰ ਬਣਾ ਸਕਦਾ। ਔਰ ਤਿੰਨਾਂ ਚੋਂ ਨੇ ਉਹ ਕਿਹੜਾ ਪਹਿਲਾਂ ਫਲ ਖਾਂਦੀ ਰਹੀ ਹੈ, ਉਹਨੂੰ ਕਿੱਦਾਂ ਪਤਾ ਉਹ ਫਲ ਸਵਾਦ? ਉਹਨੂੰ ਕਿੱਦਾਂ ਪਤਾ ਕਿ ਉਹ ਫਲ ਸੱਚਮੁੱਚ ਉਸ ਨੂੰ ਸਮਝਦਾਰ ਬਣਾ ਸਕਦਾ? ਸੋ ਇਹ ਕੀ ਹੈ? ਤਿੰਨ ਫਾਹੀਆਂ ਹੈ। ਇਹ ਤਿੰਨ ਫਾਹੀਆਂ ਦੇ ਵਿੱਚ ਉਹ ਹਮੇਸ਼ਾ ਮਾਰਦਾ। ਇਹੋ ਹੀ ਤਿੰਨ ਉਸਨੇ ਪ੍ਰਭੂ ਯਿਸੂ ਮਸੀਹ ਤੇ ਅਜਮਾਈ। ਪੇਟ ਪੂਜਾ ਨੰਬਰ 1। ਔਰ ਇਹ ਕਾਹਦੇ ਲਈ ਜਾਂਦੇ ਪਏ ਆ? ਪੇਟ ਪੂਜਾ। ਔਰ ਜਿਸ ਲਈ ਉੱਥੇ ਉਹਨਾਂ ਚੀਜ਼ਾਂ ਦੇ ਗਏ, ਤਿਉਹਾਰਾਂ ਤੇ ਗਏ ਆ, ਤੇ ਫਿਰ ਬਸ ਇੱਕ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਤੋਂ ਬਾਅਦ ਚੌਥੀ ਟੈਂਪਟੇਸ਼ਨ ਦੇ ਵਿੱਚ ਫਸ ਗਏ। ਔਰ ਉਹ ਇਹ ਸੋਚਦੇ ਪਏ ਕਿ ਪ੍ਰਭੂ ਦੇਖਦਾ ਨਹੀਂ ਪਿਆ। ਪਰ ਪ੍ਰਭੂ ਨੇ ਉਹਨਾਂ ਨੂੰ ਇੱਕ ਸਖਤ ਸਜ਼ਾ ਦਿੱਤੀ ਹੈ। ਉਸਨੇ ਕਿਹਾ ਇਹਨਾਂ ਨੂੰ ਬਾਹਰ ਪੱਧਰੇ ਲਿਆ ਕੇ ਇਹਨਾਂ ਨੂੰ ਫਾਂਸੀ ਦਿੱਤੀ ਜਾਏ। ਔਰ ਮਰੀ ਕਿਹਨਾਂ ਦੇ ਵਿੱਚ ਫੈਲੀ ਆ? ਮਰੀ ਉਹ ਜਿਹੜੇ ਰਹਿੰਦੇ ਆ, ਜਿਨ੍ਹਾਂ ਦੀ ਸਜ਼ਾ ਇਹ ਆ ਕਿ ਉਹ ਵਾਅਦੇ ਦੀ ਧਰਤੀ ਤੇ ਪਹੁੰਚਣ ਤੋਂ ਪਹਿਲਾਂ ਉਹਨਾਂ ਸਾਰਿਆਂ ਨੇ ਮਰ ਜਾਣਾ। ਜਿਹਨਾਂ ਵਿੱਚ ਮੂਸਾ ਵੀ ਸੋ ਅਸੀਂ ਕੀ ਇੱਥੇ ਦੇਖਦੇ ਪਏ ਪ੍ਰਭੂ ਦੇ ਵਚਨ ਦੇ ਵਿੱਚ ਕਿ ਉਹ ਕਿਸ ਤਰ੍ਹਾਂ ਕੌਮ ਨੂੰ ਸ਼ੁੱਧ ਕਰਦਾ ਪਿਆ। ਕਿਸ ਤਰ੍ਹਾਂ ਇਜ਼ਰਾਈਲ ਕੌਮ ਇੱਕ ਸਰੀਰ ਦੀ ਤਰ੍ਹਾਂ, ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੇ ਵਿੱਚੋਂ ਨੂੰ ਅਗਰ ਉਂਗਲੀ ਜਿਹੜੀ ਆ ਉਹ ਕੱਟਣੀ ਵੀ ਪੈ ਜਾਵੇ ਤਾਂ ਡਾਕਟਰ ਕੱਟ ਦਿੰਦਾ ਤਾਂ ਕਿ ਬਾਕੀ ਦਾ ਸਰੀਰ ਬਚ ਜਾਵੇ। ਸੋ ਅਸੀਂ ਇਸ ਨੂੰ ਇਸ ਤਰ੍ਹਾਂ ਦੇਖਦੇ ਪਏ, ਕਿਉਂਕਿ ਇਹ ਤੋਂ ਵੀ ਵੱਡੀਆਂ ਟੈਂਪਟੇਸ਼ਨਾਂ ਦੂਜੇ ਪਾਸੇ ਬੈਠੀਆਂ ਜਿਹੜੀਆਂ ਇਹਨਾਂ ਦੇ ਦਿਲਾਂ ਨੂੰ ਉਧਰ ਨੂੰ ਖਿੱਚਣਗੀਆਂ। ਇਹ ਤੋਂ ਵੀ ਵੱਡੇ ਤਿਉਹਾਰ ਦੂਜੇ ਪਾਸੇ ਬੈਠੇ ਹੋ, ਜਿਨ੍ਹਾਂ ਦੇ ਵਿੱਚ ਪੈ ਕੇ ਇਹ ਉਹਨਾਂ ਵਰਗੇ ਕੰਮ ਕਰਨ ਲੱਗ ਪੈਣਗੇ। ਔਰ ਉਹ ਕੰਮ ਜਿਹੜੇ ਕਰਦੇ ਪਏ ਆ, ਉਹਨਾਂ ਕੰਮਾਂ ਦੇ ਕਰਕੇ ਉਹਨਾਂ ਦਾ ਅੰਤ ਆਇਆ ਹੈ। ਠੀਕ। ਅਜੀਬ ਚੀਜ਼ ਇਹ ਆ ਕਿ ਅਸੀਂ ਇਹ ਪੜ੍ਹਦੇ ਪਏ ਹਾਂ ਕਿ ਰਾਜਾ ਬਲਾਕ ਨੇ ਬਿਲਿਆਮ ਨੂੰ ਸੱਦਿਆ ਔਰ ਉਸਨੂੰ ਕਿਹਾ ਕਿ ਤੂੰ ਇਹਨਾਂ ਲੋਕਾਂ ਨੂੰ ਸਰਾਫ ਦੇ, ਕਿਉਂਕਿ ਜਿਸ ਪ੍ਰਭੂ ਤੇ ਤੂੰ ਮੰਨਦਾ, ਜਦੋਂ ਤੂੰ ਕਿਸੇ ਨੂੰ ਬਰਕਤ ਦਿੰਦਾ ਤਾਂ ਉਹਨੂੰ ਬਰਕਤ ਮਿਲਦੀ, ਜਦੋਂ ਤੂੰ ਸਰਾਫ ਦਿੰਦਾ ਤਾਂ ਸਰਾਫ ਮਿਲਦਾ। ਔਰ ਉੱਥੇ ਉਹ ਪ੍ਰਭੂ ਦੇ ਬੰਦੇ ਨੂੰ ਬੁਲਾ ਰਿਹਾ ਜੋ ਲੂਤ ਦੀ ਸੰਤਾਨ ਦੇ ਵਿੱਚੋਂ। ਪਰ ਆਪ ਉਹ ਕੀ ਕਰਦਾ ਪਿਆ? ਆਪ ਉਹ ਬਾਲ ਦੀ ਪੂਜਾ ਕਰਦਾ ਹੈ। ਆਪ ਉਹਨੇ ਉੱਥੇ ਅਸੇਰਤ ਤੇ ਜਿਹੜੇ ਹੈਗੇ ਆ ਥੰਮ ਗੱਡੇ, ਆਪ ਉਹਨਾਂ ਦੇ ਦੇਵਤਿਆਂ ਦੀ ਪੂਜਾ ਕਰਦਾ, ਜਿੱਥੋਂ ਕੁਛ ਨਹੀਂ ਮਿਲਦਾ, ਜਿੱਥੋਂ ਪਤਾ ਆ ਉਹਨੂੰ ਕਿ ਇੱਥੋਂ ਨੇ ਸਾਨੂੰ ਕੁਛ ਨਹੀਂ ਮਿਲਦਾ। ਸੱਦਦਾ ਬਲਾਕ ਨੂੰ ਪਿਆ, ਬਿਲਿਆਮ ਨੂੰ ਪਿਆ। ਔਰ ਇਸ ਦੇ ਨਾਲ ਹੀ ਅਸੀਂ ਇਹ ਦੇਖਦੇ ਪਏ ਹਾਂ ਕਿ ਇਹਨਾਂ ਦੇ ਵਿੱਚ ਇੱਕ ਮਰੀ ਆ ਗਈ। ਔਰ
ਇੱਕ ਹਿੱਸਾ ਜਿਹੜਾ ਹੁਣ ਥੋੜੇ ਬਹੁਤੇ ਜਿਹੜੇ ਰਹਿੰਦੇ ਆ ਉਹ ਹੁਣ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਔਰ ਹਰੇਕ ਮਰੀ ਦੇ ਵਿੱਚ ਥੋੜੇ ਥੋੜੇ ਜਿਹੜੇ ਹੈਗੇ ਆ ਉਹ ਮਰਦੇ ਪਏ। ਆਖਰੀ ਜਿਹੜਾ ਰਹਿ ਜਾਣਾ ਉਹਨਾਂ ਦੇ ਵਿੱਚੋਂ ਉਹ ਮੂਸਾ ਨੇ ਰਹਿ ਜਾਣਾ। ਉਹਨਾਂ ਵਿੱਚ ਜਿਹੜਾ ਅਖੀਰਲਾ ਹੋਣਾ ਉਹ ਮੂਸਾ ਆਪ। ਅਦਰ ਦੈਨ ਦੈਟ ਜਿਹੜੇ ਬਾਕੀ ਦੇ ਆ ਉਹ ਮਰਦੇ ਜਾ ਰਹੇ ਆ। ਸੋ 14 ਆਇਤ ਤੋਂ ਲੈ ਕੇ ਛੋਟਾ ਜਿਹਾ ਚੈਪਟਰ 18 ਤੱਕ, 14 ਤੋਂ 18 ਤੱਕ ਅਸੀਂ ਇਸ ਨੂੰ ਦੇਖਦੇ। मैं पढ़ती हूँ पास्टर जी। ਇਸਰਾਈਲੀ ਆਦਮੀ ਜੋ ਮਦੀਆਨੀ ਔਰਤ ਨਾਲ ਮਾਰਿਆ ਗਿਆ ਸੀ ਉਸ ਦਾ ਨਾਂ ਜ਼ਿਮਰੀ ਸੀ। ਉਹ ਸ਼ਿਮਯੋਨ ਕਬੀਲੇ ਦੇ ਇੱਕ ਟੱਬਰ ਦੇ ਮੁਖੀਏ ਦਾ ਪੁੱਤਰ ਸੀ। ਮਦੀਆਨੀ ਔਰਤ ਜੋ ਮਾਰੀ ਗਈ ਸੀ ਉਸ ਦਾ ਨਾਂ ਕਾਜ ਵੀ ਸੀ ਅਤੇ ਉਸ ਦੇ ਪਿਤਾ ਦਾ ਨਾਂ ਸੂਰ ਸੀ ਜੋ ਮਦੀਆਨੀ ਲੋਕਾਂ ਦਾ ਮੁਖੀਆ ਸੀ। ਤਦ ਪ੍ਰਭੂ ਨੇ ਮੂਸਾ ਨੂੰ ਕਿਹਾ, ਤੁਸੀਂ ਮਦੀਆਨੀ ਲੋਕਾਂ ਤੇ ਹੱਲਾ ਬੋਲ ਕੇ ਉਹਨਾਂ ਨੂੰ ਨਾਸ਼ ਕਰ ਦੇਵੋ, ਕਿਉਂਕਿ ਪਿਓਰ ਦੀ ਥਾਂ ਤੇ ਉਹਨਾਂ ਦੇ ਹੱਥੋਂ ਅਤੇ ਉਹਨਾਂ ਦੀ ਭੈਣ ਕਾਜਬੀ ਜੋ ਉਹਨਾਂ ਦੇ ਮੁਖੀਏ ਦੀ ਧੀ ਸੀ ਦੇ ਹੱਥੋਂ ਤੁਸੀਂ ਧੋਖਾ ਖਾਧਾ ਹੈ। ਇਸੇ ਲਈ ਉਹ ਵੀ ਪਿਓਰ ਦੀ ਮਰੀ ਦੇ ਸਮੇਂ ਵਿੱਚ ਮਾਰੀ ਗਈ ਸੀ। ਆਮੀਨ। ਸੋ ਹੁਣ ਜਿਹੜਾ ਮੁਆਬ ਦਾ ਉਹ ਇਲਾਕਾ ਆ ਉਹ ਵੀ ਇਹਨਾਂ ਦੇ ਕੋਲ ਆ ਜਾਣਾ। ਔਰ ਉਸ ਦੇ ਨਾਲ ਹੀ ਹੁਣ ਕਿਉਂਕਿ ਉਹ ਉੱਥੇ ਦੇ ਮੁਖੀਏ ਦੀ ਕੁੜੀ ਸੀ, ਬੇਸਿਕਲੀ ਰਾਜਕੁਮਾਰੀ ਸੀ, ਸੋ ਉਹਨੇ ਵੀ ਉਧਰੋਂ ਕੁਛ ਨਾ ਕੁਛ ਕਰਨਾ ਆ। ਇਸ ਤੋਂ ਪਹਿਲਾਂ ਕਿ ਉਹ ਕਰੇ ਉਹਨੇ ਕਰਨਾ ਤੁਹਾਡੇ ਨਾਲ ਜਾਣਾ, ਹਮਲਾ ਕਰੋ ਔਰ ਇਸ ਨੂੰ ਆਪਣੇ ਵਿੱਚ ਸ਼ਾਮਿਲ ਕਰ ਲਓ, ਇਸ ਇਲਾਕੇ ਨੂੰ ਆਪਣੇ ਵਿੱਚ ਸ਼ਾਮਿਲ ਕਰ ਲਓ। ਸੋ ਜਿਸ ਤਰ੍ਹਾਂ ਮੈਂ ਕਿਹਾ ਕਿ 2 ਸਾਲ ਹਾਲੇ ਰਹਿੰਦੇ ਆ ਉਹਨਾਂ ਦੇ ਜਰਦਨ ਦਰਿਆ ਤੋਂ ਪਾਰ ਜਾਣ ਦੇ ਲਈ, ਲੇਕਿਨ ਜਿਹੜੇ ਜਰਦਨ ਦਰਿਆ ਦੇ ਇਧਰਲੇ ਇਲਾਕੇ ਆ ਉਹ ਪ੍ਰਭੂ ਨੇ ਉਹਨਾਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਆ। ਔਰ ਅਸੀਂ ਗਾਂ ਜਾ ਕੇ ਦੇਖਣਾ ਕਿ ਉਹਨਾਂ ਦੇ ਵਿੱਚੋਂ ਜਿਹੜੀਆਂ 2.5 ਜਿਹੜੇ 2.5 ਜਿਹੜੀਆਂ ਉਹਨਾਂ ਦੇ ਕਬੀਲੇ ਆ ਉਹਨਾਂ ਨੇ ਇਸੇ ਇਲਾਕੇ ਵਿੱਚ ਬਸ ਜਾਣਾ, ਉਹਨਾਂ ਨੇ ਦੂਜੇ ਪਾਸੇ ਨਹੀਂ ਜਾਣਾ। ਸੋ ਪ੍ਰਭੂ ਨੇ ਆਲਰੇਡੀ ਉਹਨਾਂ ਨੂੰ ਧਰਤੀ ਦੇਣੀ ਸ਼ੁਰੂ ਕਰ ਦਿੱਤੀ ਆ। ਹੁਣ ਉਹ ਜਗ੍ਹਾ ਜਗ੍ਹਾ ਨਹੀਂ ਭਟਕਦੇ ਪਏ, ਹੁਣ ਟਿਕ ਗਏ, ਉਹਨਾਂ ਨੂੰ ਪਤਾ ਕਿ ਅਸੀਂ ਹੁਣ ਅੱਗੇ ਵਧਣਾ। ਸੋ ਪ੍ਰਭੂ ਨੇ ਉਹਨਾਂ ਨੂੰ ਇਹ ਵੀ ਦੇ ਦਿੱਤੀ। ਅਸੀਂ ਗਾਂ ਜਾ ਕੇ ਦੇਖਣਾ ਕਿ ਪ੍ਰਭੂ ਨੇ ਉਹਨਾਂ ਨੂੰ ਅਮੋਨੀਆ ਦੀ ਧਰਤੀ ਵੀ ਦੇ ਦੇਣੀ। ਸੋ ਲੂਤ ਦੇ ਖਾਨਦਾਨ ਦੀ ਸਾਰੀ ਧਰਤੀ ਜਿਹੜੀ ਆ ਉਹ ਇਹਨਾਂ ਨੂੰ ਮਿਲ ਜਾਣੀ। ਸੋ ਆਓ ਹੁਣ ਦੂਸਰੀ ਜਨਗਣਨਾ ਇੱਥੇ ਹੋਈ ਹੈ। ਦੂਸਰੀ ਜਨਗਣਨਾ ਦੇ ਵਿੱਚ ਉਹਨਾਂ ਨੇ ਸਾਰੇ ਲੋਕਾਂ ਨੂੰ ਦੇਖਿਆ। ਇਹਦੇ ਵਿੱਚ ਅਸੀਂ ਇਹ ਦੇਖਣਾ ਕਿ ਕਬੀਲੇ ਦੇ ਵਿੱਚ ਮੰਨ ਲਓ ਕਿ ਜੇ ਰਾਬੇਨ ਦੇ 5 ਪੁੱਤਰ ਆ ਉਹ 100 ਦੇ ਤੋਂ 5 ਕੁੱਲ ਚੱਲੇ। ਜੇ ਕਿਸੇ ਦੇ 4 ਪੁੱਤਰ ਆ ਉਹ ਤੋਂ 4 ਕੁੱਲ ਚੱਲੇ। ਕੁਲਾਂ ਤੋਂ ਗਾਂ ਪਰਿਵਾਰ। ਸੋ ਅਸੀਂ ਉਹਨਾਂ ਨੂੰ ਹੁਣ ਦੇਖਣਾ ਸ਼ੁਰੂ ਕਰਨਾ। ਸੋ ਆਓ ਦੂਸਰੀ ਜਨਗਣਨਾ ਦੀ ਗੱਲ ਹੁੰਦੀ ਪਈ ਆ। 26 ਆਇਤ ਇਸ ਦਾ ਕਾਫੀ ਲੰਬਾ ਚੌੜਾ ਚੈਪਟਰ ਹੈ। ਸੋ ਆਓ ਅਸੀਂ ਇਸ ਨੂੰ ਪਹਿਲੀਆਂ ਅਸੀਂ ਇਹਦੀਆਂ ਅਬਾਊਟ ਲੈਟਸ ਗੋ 42 ਆਇਤਾਂ, ਪਹਿਲੀਆਂ 42 ਆਇਤਾਂ ਇਸ ਦੀਆਂ। ਮੈਂ ਪੜ੍ਹਦਾ ਪਾਸਟਰ ਜੀ। ਹਾਂਜੀ ਗੋ ਅਹੈਡ। ਦੂਜੀ ਜਨਗਣਨਾ। ਮਰੀ ਖਤਮ ਹੋ ਚੁੱਕਣ ਤੇ ਪਿੱਛੋਂ ਪ੍ਰਭੂ ਨੇ ਮੂਸਾ ਤੇ ਪੁਰੋਹਿਤ ਹਾਰੂਨ ਦੇ ਪੁੱਤਰ ਅਲ-ਅਜ਼ਾਰ ਨੂੰ ਕਿਹਾ, ਤੁਸੀਂ ਉਹਨਾਂ ਸਭ ਇਜ਼ਰਾਈਲੀਆਂ ਦੀ ਗਿਣਤੀ ਕਰੋ ਜੋ 20 ਸਾਲ ਦੀ ਉਮਰ ਤੋਂ ਉੱਤੇ ਹਨ ਅਤੇ ਜੋ ਫੌਜੀ ਸੇਵਾ ਦੇ ਯੋਗ ਹਨ। ਤੁਸੀਂ ਹਰ ਆਦਮੀ ਦੀ ਗਿਣਤੀ ਉਸ ਦੀ ਕੁੱਲ ਅਨੁਸਾਰ ਕਰੋ। ਸੋ ਮੂਸਾ ਅਤੇ ਪੁਰੋਹਿਤ ਅਲ-ਅਜ਼ਾਰ ਨੇ ਮੁਆਬ ਦੇ ਮੈਦਾਨ ਵਿੱਚ ਯਰਦਨ ਦਰਿਆ ਦੇ ਕੰਢੇ ਤੇ ਯਰੀਹੋ ਸ਼ਹਿਰ ਦੇ ਨੇੜੇ ਲੋਕਾਂ ਨੂੰ ਇਕੱਠੇ ਕਰਕੇ ਕਿਹਾ, ਜਨਗਣਨਾ ਦੇ ਲਈ ਉਹ ਸਭ ਆਦਮੀ ਹੋਣ ਜੋ 20 ਸਾਲ ਤੋਂ ਉੱਤੇ ਹਨ। ਮਿਸਰ ਤੋਂ ਜੋ ਲੋਕ ਨਿਕਲ ਕੇ ਆਏ ਸਨ ਉਹਨਾਂ ਦੇ ਆਗੂਆਂ ਤੇ ਕੁੱਲਾਂ ਦੇ ਨਾਂ ਇਸ ਤਰ੍ਹਾਂ ਨਾਲ ਹਨ। ਰਊਬੇਨ ਜੋ ਇਜ਼ਰਾਇਲ ਦਾ ਜੇਠਾ ਸੀ, ਉਸ ਤੋਂ ਅੱਗੇ ਇਹ ਕੁੱਲਾਂ ਚੱਲੀਆਂ, ਹਨੋਕ, ਪੱਲੂ, ਹਸਰੋਨ ਅਤੇ ਕਰਮੀ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 43,730 ਸਨ। ਪੱਲੂ ਦਾ ਪੁੱਤਰ ਅਲੀਆਬ ਸੀ। ਅਲੀਆਬ ਦੇ ਅੱਗੇ 3 ਪੁੱਤਰ ਸਨ, ਨਮੂਏਲ, ਦਥਾਨ ਅਤੇ ਅਬੀਰਾਮ। ਇਹ ਤਿੰਨੇ ਸੰਗਤ ਦੇ ਚੁਣੇ ਹੋਏ ਸਨ, ਪਰ ਇਹਨਾਂ ਵਿੱਚੋਂ ਦਥਾਨ ਅਤੇ ਅਬੀਰਾਮ ਨੇ ਕੋਰ ਦੇ ਦਲ ਦੇ ਲੋਕਾਂ ਨਾਲ ਮਿਲ ਕੇ ਮੂਸਾ ਤੇ ਹਾਰੂਨ ਦਾ ਵਿਰੋਧ ਕਰਕੇ ਪ੍ਰਭੂ ਦਾ ਵਿਸ਼ਵਾਸਘਾਤ ਕੀਤਾ ਸੀ। ਪਰ ਇਹਨਾਂ ਨੂੰ ਕੋਰ ਸਮੇਤ ਧਰਤੀ ਨੇ ਮੂੰਹ ਖੋਲ ਕੇ ਆਪਣੇ ਅੰਦਰ ਨਿਗਲ ਲਿਆ ਸੀ। ਇਹਨਾਂ ਦੇ ਦੂਜੇ ਸਾਥੀਆਂ ਨੂੰ, ਜਿਨ੍ਹਾਂ ਦੀ ਗਿਣਤੀ 250 ਸੀ, ਅੱਗ ਨੇ ਭਸਮ ਕਰ ਦਿੱਤਾ ਸੀ। ਇਹ ਘਟਨਾ ਬਾਕੀ ਦੇ ਇਜ਼ਰਾਈਲੀਆਂ ਲਈ ਇੱਕ ਚੇਤਾਵਨੀ ਸੀ। ਕੋਰ ਦੇ ਪੁੱਤਰ ਇਸ ਘਟਨਾ ਵਿੱਚ ਮਰਨ ਤੋਂ ਬਚ ਗਏ ਸਨ। ਸ਼ਿਮੌਨ ਤੋਂ ਅੱਗੇ ਇਹ ਕੁੱਲਾਂ ਚੱਲੀਆਂ, ਨਮੂਏਲ, ਯਮੀਨ, ਯਾਕੀਨ, ਜਰਾ ਅਤੇ ਸ਼ਾਉਲ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ
22,200 ਸਨ। ਗਾਦ ਤੋਂ ਅੱਗੇ ਇਹਨਾਂ ਕੁੱਲਾਂ ਨੇ ਜਨਮ ਲਿਆ ਸ਼ਫੋਨ, ਹੱਗੀ, ਸੁੰਨੀ, ਆਜਨੀ, ਏਰੀ, ਅਰੋਦ ਅਤੇ ਅਰਏਲੀ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀਆਂ ਦੀ ਗਿਣਤੀ 40,500 ਸੀ। ਯਹੂਦਾ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਸ਼ੇਲਾ, ਪਰਸ, ਹਸਰੋਨ, ਹੁਮੂਦ ਅਤੇ ਜਰਾ। ਯਹੂਦਾ ਦੇ 2 ਪੁੱਤਰ ਏਰ ਅਤੇ ਉਨਨਕ ਨਾਨ ਵਿੱਚ ਮਰ ਗਏ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀਆਂ ਦੀ ਗਿਣਤੀ 76,500 ਸੀ। ਯਿਸਕਾਰ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਤੋਲਾ, ਪੁਆ, ਯਾਸ਼ੂਬ ਅਤੇ ਸ਼ਿਮਰੋਨ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 64,300 ਸਨ। ਜਬਲੂਨ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਸਰਦ, ਇਲੋਨ ਅਤੇ ਯਹਲੇਲ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ ਦੀ ਗਿਣਤੀ 60,500 ਸਨ। ਯੂਸਫ ਦੇ 2 ਪੁੱਤਰ ਮਨਸਾ ਅਤੇ ਇਫਰਾਇਮ ਸਨ, ਜਿਨ੍ਹਾਂ ਤੋਂ ਅੱਗੇ ਵੱਖ-ਵੱਖ ਕੁੱਲਾਂ ਚੱਲੀਆਂ ਸਨ। ਮਨਸਾ ਦਾ ਪੁੱਤਰ ਗਿਲਿਆਦ ਸੀ, ਜਿਸ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਇਅਜਰ, ਹੇਲਕ, ਅਸਰਾਇਲ, ਸ਼ਕਮ, ਸ਼ਮੀਤਾ, ਹੇਫਰ ਅਤੇ ਹੇਫਰ ਦੇ ਪੁੱਤਰ ਸਲਾਫਦਾ ਦੀਆਂ ਅੱਗੇ ਸਭ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾ, ਨੋਹਾ, ਹਗਲਾ, ਮਿਲਕਾ ਅਤੇ ਤਿਰਸਾ ਸਨ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 52,700 ਸਨ। ਇਫਰਾਇਮ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਸ਼ੁਬਲਾ, ਬਕਰ, ਬਹਨ, ਸੁਤਲਾ ਦਾ ਪੁੱਤਰ ਏਰਾਨ ਸੀ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 32,500 ਸਨ। ਸੋ ਇਹ ਯੂਸਫ ਦੇ ਪੁੱਤਰ ਤੋਂ ਚੱਲੀਆਂ ਕੁੱਲਾਂ ਸਨ। ਬਿਨਯਮੀਨ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਬਲਾ, ਅਸ਼ਬੇਲ, ਅਹੀਰਾਮ, ਸਫੂਆਮ ਅਤੇ ਹੁਫਾਮ। ਬਲਾ ਤੋਂ ਅੱਗੇ 2 ਕੁੱਲਾਂ ਅਰਦ ਅਤੇ ਨਾਮਾਨ ਚੱਲੀਆਂ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 45,600 ਸਨ। ਦਾਨ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਸੁਹਾਮ। ਇਸ ਕੁੱਲ ਦੇ ਕੁੱਲ ਗਿਣੇ ਗਏ ਆਦਮੀ 64,400 ਸਨ। ਆਸ਼ੇਰ ਤੋਂ ਅੱਗੇ ਇਹ ਕੁੱਲਾਂ ਚੱਲੀਆਂ ਯਮਨਾ, ਯਸ਼ਵੀ ਅਤੇ ਬਰੀਆ। ਬਰੀਆ ਦੇ ਅੱਗੇ 2 ਪੁੱਤਰ ਹੇਬਰ ਅਤੇ ਮਲਕੀਅਲ ਸਨ, ਜਿਨ੍ਹਾਂ ਤੋਂ 2 ਵੱਖ-ਵੱਖ ਕੁੱਲਾਂ ਚੱਲੀਆਂ। ਆਸ਼ੇਰ ਦੀ ਇੱਕ ਧੀ ਵੀ ਸੀ, ਜਿਸ ਦਾ ਨਾਂ ਸਾਰ ਸੀ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 53,400 ਸਨ। ਇੱਥੇ ਤੇ ਠੀਕ ਹੈ ਮਾਸਟਰ? No, let's read that. ਓਕੇ। ਨਫਤਾਲੀ ਅੱਗੇ ਇਹ ਕੁੱਲਾਂ ਚੱਲੀਆਂ ਯਹਸੇਲ, ਗੂਨ, ਯੇਸਰ ਅਤੇ ਸਿਲੇਮਾ। ਇਹਨਾਂ ਕੁੱਲਾਂ ਦੇ ਕੁੱਲ ਗਿਣੇ ਗਏ ਆਦਮੀ 45,400 ਸਨ। ਸਭ ਇਜ਼ਰਾਈਲੀ ਆਦਮੀ ਜੋ ਗਿਣਤੀ ਵਿੱਚ ਆਏ, ਉਹਨਾਂ ਦੀ ਕੁੱਲ ਗਿਣਤੀ 6,01,730 ਸਨ। ਪ੍ਰਭੂ ਨੇ ਅੱਗੇ ਮੂਸਾ ਨੂੰ ਕਿਹਾ, ਤੂੰ ਸਭ ਕਬੀਲਿਆਂ ਵਿੱਚੋਂ ਉਹਨਾਂ ਦੀ ਗਿਣਤੀ ਅਨੁਸਾਰ ਧਰਤੀ ਵੰਡ ਦੇ। ਵੱਡੇ ਕਬੀਲੇ ਨੂੰ ਬਹੁਤੀ ਧਰਤੀ ਅਤੇ ਛੋਟੇ ਨੂੰ ਥੋੜੀ ਧਰਤੀ। ਤੂੰ ਇਹ ਵੰਡ ਕਬੀਲੇ ਅਤੇ ਕੁੱਲਾਂ ਅਨੁਸਾਰ ਗੁਣੇ ਪਾ ਕੇ ਕਰਨਾ। ਸੋ ਇਸ ਵੰਡ ਦਾ ਆਧਾਰ ਕਬੀਲਿਆਂ ਦੀ ਵੱਧ ਘੱਟ ਗਿਣਤੀ ਹੋਵੇਗਾ। ਲੇਵੀ ਤੋਂ ਚੱਲੀਆਂ ਕੁੱਲਾਂ ਦੇ ਇਹ ਨਾਂ ਹਨ ਗਿਰਸ਼ੋਨ, ਕਹਾਬ ਅਤੇ ਮਰਾਰੀ ਹਨ। ਇਹਨਾਂ ਕੁੱਲਾਂ ਤੋਂ ਅੱਗੇ ਨਿਕਲੀਆਂ ਕੁੱਲਾਂ ਇਹ ਹਨ ਲਿਬਨੀ, ਹਬਰੋਨੀ, ਮਹਲੀ, ਮੋਸੀ, ਕਾਰਹੀ। ਕਹਾਬ ਦਾ ਪੁੱਤਰ ਅਮਰਾਮ ਸੀ, ਜਿਸ ਨੇ ਲੇਵੀ ਦੀ ਮਿਸਰ ਵਿੱਚ ਜੰਮੀ ਧੀ ਯੋਕਬਦ ਨਾਲ ਵਿਆਹ ਕੀਤਾ ਸੀ। ਯੋਕਬਦ ਨੇ 2 ਪੁੱਤਰਾਂ ਹਾਰੂਨ ਅਤੇ ਮੂਸਾ ਨੂੰ ਅਤੇ ਇੱਕ ਧੀ ਮਿਰਜਮ ਨੂੰ ਜਨਮ ਦਿੱਤਾ ਸੀ। ਹਾਰੂਨ ਦੇ ਅੱਗੇ 4 ਪੁੱਤਰ ਸਨ, ਦਦਾਬ, ਅਬੀਹੂ, ਅਲਅਜ਼ਾਰ ਅਤੇ ਇਥਮਾਰ ਸਨ। ਹਾਰੂਨ ਦੇ 2 ਪੁੱਤਰ ਨਦਾਬ ਅਤੇ ਅਬੀਹੂ ਪ੍ਰਭੂ ਅੱਗੇ ਆਪਵਿੱਤਰ ਅੱਗ ਦੀ ਕੁਰਬਾਨੀ ਚੜਾਉਣ ਕਾਰਨ ਮਾਰੇ ਗਏ ਸਨ। ਲੇਵੀ ਕਬੀਲੇ ਦੀਆਂ ਸਭ ਕੁੱਲਾਂ ਦੇ ਆਦਮੀ ਜਿਨ੍ਹਾਂ ਦੀ ਉਮਰ 1 ਮਹੀਨੇ ਤੋਂ ਉੱਪਰ ਸੀ ਦੀ ਗਿਣਤੀ 23,000 ਸੀ। ਇਹਨਾਂ ਦੀ ਗਿਣਤੀ ਬਾਕੀ ਦੇ ਇਜ਼ਰਾਈਲੀਆਂ ਨਾਲ ਨਹੀਂ ਕੀਤੀ ਗਈ ਸੀ, ਕਿਉਂਕਿ ਉਹਨਾਂ ਨੂੰ ਬਾਕੀ ਦੇ ਲੋਕਾਂ ਨਾਲ ਕੋਈ ਵਿਰਸਾ ਨਹੀਂ ਮਿਲਿਆ ਸੀ। ਸੋ ਇਹਨਾਂ ਸਭ ਦੀ ਗਿਣਤੀ ਮੂਸਾ ਅਤੇ ਪੁਰੋਹਿਤ ਅਲਅਜ਼ਾਰ ਨੇ ਮੋਆਬ ਦੇ ਮੈਦਾਨ ਵਿੱਚ ਯਰਦਨ ਦਰਿਆ ਦੇ ਕੰਢੇ ਤੇ ਯਰੀਹੋ ਨਗਰ ਦੇ ਲਾਗੇ ਕੀਤੀ ਸੀ। ਪਰ ਇਹਨਾਂ ਲੋਕਾਂ ਵਿੱਚ ਉਹਨਾਂ ਆਦਮੀਆਂ ਵਿੱਚੋਂ ਕੋਈ ਪਿੱਛੇ ਜਿਉਂਦਾ ਨਹੀਂ ਬਚਿਆ ਸੀ, ਜਿਨ੍ਹਾਂ ਦੀ ਗਿਣਤੀ ਮੂਸਾ ਅਤੇ ਹਾਰੂਨ ਨੇ ਸੀਨੇ ਦੀ ਉਜਾੜ ਵਿੱਚ ਕੀਤੀ ਸੀ। ਉਹਨਾਂ ਬਾਰੇ ਪ੍ਰਭੂ ਨੇ ਕਿਹਾ ਸੀ ਕਿ ਇਹ ਸਭ ਨੂਨ ਦੇ ਯਹੋਸ਼ਿਆ ਅਤੇ ਯਫੁਨਾ ਦੇ ਪੁੱਤਰ ਕਾਲੇਬ ਨੂੰ ਛੱਡ ਕੇ ਉਜਾੜ ਵਿੱਚ ਹੀ ਮਰ ਜਾਣਗੇ। ਆਮੇਨ। ਸੋ ਹੁਣ ਅਸੀਂ ਕੀ ਦੇਖਦੇ ਪਏ ਹਾਂ? ਇੱਕ ਨਵੀਂ ਜਨਰੇਸ਼ਨ ਜਿਹੜੀ ਅੱਗੇ ਜਾ ਰਹੀ ਆ, ਔਰ ਪੁਰਾਣਿਆਂ ਦੇ ਵਿੱਚੋਂ ਜਿਹੜੇ ਜਿਉਂਦੇ ਆ, ਉਹ ਜਿਹੜਾ ਘਰਾਨਾ ਸੀਗਾ ਦੂਸਰੇ ਦਾ ਕਾਲੇਬ ਦਾ ਘਰਾਨਾ ਸੀਗਾ, ਯਾਨੀ ਕਿ ਜਿਹੜਾ ਉਹਦਾ ਟੱਬਰ ਆਪਣਾ ਟੱਬਰ ਸੀਗਾ, ਉਹ ਜਾ ਰਿਹਾ ਅੱਗੇ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਪਏ ਹਾਂ ਕਿ ਯਹੋਸ਼ੂਆ ਦਾ ਜਿਹੜਾ ਟੱਬਰ ਸੀਗਾ ਉਹ ਅੱਗੇ ਜਾ ਰਿਹਾ। ਬਸ ਉਹਨਾਂ ਟੱਬਰਾਂ ਤੋਂ ਇਲਾਵਾ ਜਿਨ੍ਹਾਂ ਦੇ ਬਜ਼ੁਰਗੇ ਉਹ ਆਪ ਆਇਆ ਸੀ ਵੇਲੇ, ਹੋਰ ਕੋਈ ਅੱਗੇ ਨਹੀਂ ਗਿਆ। ਔਰ ਅਸੀਂ ਇੱਥੇ ਦੇਖਦੇ ਪਏ ਹਾਂ ਕਿ ਆਖਰੀ ਇਹ ਮਰੀ ਜਿਹੜੀ ਪਈ ਆ, ਇਸ ਮਰੀ ਦੇ ਵਿੱਚ ਬਹੁਤੇ ਉਹ ਮਰ ਗਏ ਆ ਜਿਨ੍ਹਾਂ ਨੂੰ ਪ੍ਰਭੂ ਨੇ ਕਿਹਾ ਸੀ ਕਿ ਤੁਸੀਂ ਵਾਅਦੇ ਦੀ ਧਰਤੀ ਤੇ ਨਹੀਂ ਜਾਓਗੇ।
ਪਰ ਫਿਰ ਵੀ ਥੋੜਿਆਂ ਨੇ ਇਹ ਚੀਜ਼ ਆਪਣੀਆਂ ਅੱਖਾਂ ਦੇ ਨਾਲ ਦੇਖ ਕੇ ਗਏ ਆ, ਔਰ ਉਹ ਇਹ ਦੇਖ ਕੇ ਗਏ ਕਿ ਪ੍ਰਭੂ ਨੇ ਸਾਨੂੰ ਜਰਦਨ ਦਰਿਆ ਦੇ ਇੱਧਰਲੇ ਪਾਸੇ ਜਿਹੜੀ ਧਰਤੀ ਆ ਉਹ ਸਾਨੂੰ ਦਿੱਤੀ। ਪ੍ਰਭੂ ਦਾ ਵਾਅਦਾ ਕੱਚਾ ਨਹੀਂ। ਸੋ ਹੁਣ ਕਿਉਂਕਿ ਇਹ ਆਪਣੀ ਜਿੱਤੀ ਹੋਈ ਧਰਤੀ ਦੇ ਵਿੱਚ ਜੀ ਰਹੇ ਆ, ਸੋ ਇਸ ਦੇ ਨਾਲ ਜਿਹੜੇ ਇਹਨਾਂ ਦੇ ਮੋਰਲਸ ਆ, ਜਿਹੜੇ ਇਹਨਾਂ ਦਾ ਹੌਸਲੇ ਆ, ਉਹ ਪੂਰੇ ਵਧੀਆ। ਔਰ ਇਹਨਾਂ ਹੌਸਲਿਆਂ ਦੇ ਨਾਲ ਹੀ ਇਹਨਾਂ ਨੇ ਉਸ ਧਰਤੀ ਤੇ ਹੁਣ ਜਾਣਾ ਜਿਹੜੀ ਪ੍ਰਭੂ ਨੇ ਇਹਨਾਂ ਨੂੰ ਦੇਣੀ ਹੈ, ਜਿਹੜੀ ਜਿਸ ਨੂੰ ਦੇਣ ਦੇ ਲਈ ਪ੍ਰਭੂ ਨੇ ਵਾਅਦਾ ਕੀਤਾ ਹੈ ਕਿ ਮੈਂ ਤੁਹਾਨੂੰ ਦਊਂਗਾ, ਜਿਹੜਾ ਜਿਸ ਦੇ ਨਾਲ ਪ੍ਰਭੂ ਦਾ ਜਿਹੜਾ ਪਹਿਲਾ ਨੇਮ ਜਿਹੜਾ ਉਸਨੇ ਬੰਨਿਆ, ਜਿਹੜਾ ਪਹਿਲਾ ਨੇਮ ਉਸਨੇ ਅਬਰਾਹਮ ਦੇ ਨਾਲ ਬੰਨਿਆ ਸੀਗਾ, ਉਹ ਨੇਮ ਪੂਰਾ ਹੋਣਾ। ਔਰ ਤੁਸੀਂ ਦੇਖੋ ਇਹ 'ਚ ਦੋ ਚੀਜ਼ਾਂ ਦੇਖਣ ਵਾਲੀਆਂ। ਹਾਲੇ ਤੱਕ ਧਰਤੀ ਉਹਨਾਂ ਨੇ ਪ੍ਰਾਪਤ ਨਹੀਂ ਕੀਤੀ, ਲੇਕਿਨ ਗੁਣੇ ਪਾ ਕੇ ਇਹ ਧਰਤੀ ਵੰਡ ਵੀ ਦਿੱਤੀ ਗਈ ਕਿ ਕਿਹੜਾ ਕੁੱਲ ਕਿੱਥੇ ਬਜਾਏਗਾ, ਕਿਹੜੇ ਕੁੱਲ ਨੂੰ ਕਿਹੜੀ ਧਰਤੀ ਮਿਲੇਗੀ। ਔਰ ਉਹਨਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਕਿ ਜਿਸ ਕੁੱਲ ਦੇ ਕੋਲ, ਜਿਸ ਕਬੀਲੇ ਦੇ ਕੋਲ ਥੋੜੇ ਲੋਕ ਆ, ਉਹਨਾਂ ਨੂੰ ਧਰਤੀ ਥੋੜੀ ਦਿੱਤੀ ਜਾਏਗੀ। ਪਰ ਜਿਨ੍ਹਾਂ ਦੀ ਗਿਣਤੀ ਜ਼ਿਆਦੀ ਆ, ਉਹਨਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਧਰਤੀ ਦਿੱਤੀ ਜਾਏਗੀ, ਤਾਂ ਕਿ ਕੋਈ ਇਹ ਨਾ ਕਹੇ ਕਿ ਮੈਨੂੰ ਥੋੜੀ ਮਿਲੀ ਔਰ ਕੋਈ ਇਹ ਨਾ ਕਹੇ ਕਿ ਮੈਨੂੰ ਜ਼ਿਆਦਾ ਮਿਲੀ। ਸਿਰਫ ਜੇ ਇੱਕ ਐਕਸਟਰਾ ਬਰਕਤ ਮਿਲਣੀ ਆ ਤੇ ਉਹ ਖਾਲੀ ਆਪਣੀ ਮਿਲਦੀ, ਉਹਨੂੰ ਐਕਸਟਰਾ ਬਰਕਤ ਮਿਲਦੀ। ਅਦਰ ਦੈਨ ਦੈਟ ਹਰ ਮਨੁੱਖ ਦੀ ਗਿਣਤੀ ਦੇ ਅਨੁਸਾਰ ਪ੍ਰਭੂ ਨੇ ਸਾਰਿਆਂ ਨੂੰ ਇਕੁਅਲ ਧਰਤੀ ਦਿੱਤੀ, ਇੱਕੋ ਜਿਹੀ ਜ਼ਮੀਨ ਦਿੱਤੀ, ਤਾਂ ਕਿ ਉਹ ਉੱਥੇ ਜਾ ਕੇ ਉਸ ਧਰਤੀ ਦੇ ਵਿੱਚ ਵਸ ਸਕਣ। ਸੋ ਇਹ ਜਿਹੜਾ ਅਸੀਂ ਹਿੱਸੇ ਪੜ੍ਹ ਕੇ ਹਟੇ ਆ, ਇਹ ਤਾਂ ਇਹਦੇ ਵਿੱਚ ਇੱਕ ਪਹਿਲੀ ਚੀਜ਼ ਹੈ। ਦੂਸਰੀ ਚੀਜ਼ ਜਿਹੜੀ ਇਸ ਦੇ ਵਿੱਚ ਚੈਪਟਰ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ, ਉਹ ਹੈ ਇਸ ਦੀਆਂ ਆਖਰੀ ਆਇਤਾਂ, ਕਿ ਜੋ ਪ੍ਰਭੂ ਨੇ ਕਿਹਾ ਸੀ ਕਿ ਇਹ ਮਰ ਮੁੱਕ ਜਾਣਗੇ, ਇੱਥੇ ਹੀ ਉਜਾੜ ਦੇ ਵਿੱਚ ਮਰ ਮੁੱਕ ਜਾਣਗੇ, ਉਹ ਸਭ ਕੁਝ ਹੋ ਗਿਆ। ਕਿਉਂਕਿ ਹੁਣ ਜਿਹੜੇ ਬੰਦੇ ਚੁਣੇ ਗਏ ਆ, ਅੱਗੇ ਜਾਣ ਦੇ ਲਈ ਚੁਣੇ ਗਏ ਆ, ਔਰ ਅਗਰ ਤੁਸੀਂ ਦੇਖੋ ਤਾਂ ਬੇਸਿਕਲੀ ਗਿਣਤੀ 19 ਹੈ, ਔਰ ਇਹ ਜਿਹੜੇ ਲੜਾਈ ਦੇ ਯੋਗ ਆ, ਇਹ ਉਹਨਾਂ ਦੀ ਗਿਣਤੀ ਆ, ਇਹ ਉਹਨਾਂ ਦੀ ਗਿਣਤੀ ਆ ਜਿਹੜੇ ਜੰਗ ਦੇ ਯੋਗ ਆ, ਜਿਹੜੇ ਲੜਾਈ ਦੇ ਯੋਗ ਆ। ਜਿਹੜੇ 20 ਸਾਲ ਤੋਂ ਛੋਟੇ ਆ, ਉਹਨਾਂ ਦੀ ਗਿਣਤੀ ਨਹੀਂ ਕੀਤੀ ਗਈ, ਔਰਤਾਂ ਦੀ ਗਿਣਤੀ ਨਹੀਂ ਕੀਤੀ ਗਈ, ਇੱਥੇ ਸਿਰਫ ਉਹਨਾਂ ਦੀ ਗਿਣਤੀ ਕੀਤੀ ਗਈ ਆ। ਸੋ ਜਿਸ ਲਈ ਉਹ ਕਹਿੰਦਾ ਕਿ ਇਹ ਤਾਂ ਲੋਕ ਸਿਹਤ, ਜਿੱਦਾਂ ਕਿ ਇਹ ਤਾਂ ਲੋਕ ਠਿੱਡੀਆਂ ਦੀ ਤਰ੍ਹਾਂ ਬੈਠੇ ਆ ਤੇ ਚੱਟ ਕਰ ਜਾਣਗੇ ਸਭ ਕੁਛ। ਇਹ ਤਾਂ ਪੂਰੇ ਦਾ ਪੂਰਾ ਦੇਸ਼ ਬੈਠਾ ਆ ਬਾਹਰ, ਜਿਸੇ ਰਾਜਾ ਬਲਾਕ ਕਹਿੰਦਾ ਪਿਆ। ਤੇ ਭਾਈ ਉਹ ਸੱਚ ਕਹਿੰਦਾ ਪਿਆ, ਉਹ ਸੱਚ ਕਹਿੰਦਾ ਪਿਆ, ਉਹ ਸੱਚਮੁੱਚ ਡਰਿਆ ਹੈ। ਔਰ ਪਲੱਸ ਜੋ ਪ੍ਰਭੂ ਉਹਨਾਂ ਦੇ ਲਈ ਕੰਮ ਕਰਦਾ ਪਿਆ, ਜੋ ਪ੍ਰਭੂ ਉਹਨਾਂ ਨੂੰ ਉਸ ਧਰਤੀ ਦੇ ਉੱਤੋਂ ਉਹਨਾਂ ਨੂੰ ਦੇ ਰਿਹਾ, ਜੋ ਮੰਨਾ ਉਹਨਾਂ ਦੇ ਲਈ ਵਸਦਾ ਪਿਆ, ਜੋ ਉਸ ਤੰਬੂ ਦੇ ਉੱਤੇ ਅੱਗ ਔਰ ਤੰਬੂ ਦੇ ਉੱਤੇ ਧੂਆਂ ਰਹਿੰਦਾ ਆ, ਉਹ ਦੇਖ ਸਕਦਾ ਕਿ ਪ੍ਰਭੂ ਦੀ ਹਜ਼ੂਰੀ ਇਹਨਾਂ ਲੋਕਾਂ ਦੇ ਨਾਲ। ਸੋ ਅਫਕੋਰਸ ਉਹ ਡਰੇ ਪਏ, ਅਫਕੋਰਸ ਉਹ ਬਹੁਤ ਡਰੇ ਪਏ। ਔਰ ਇਸ ਕਰਕੇ ਅਸੀਂ ਗਾਂਹ ਜਾ ਕੇ ਵੀ ਦੇਖਣਾ ਜਿਹੜਾ ਲੋਕਾਂ ਦਾ ਡਰ ਆ ਉਹ ਕਾਇਮ ਰਹਿਣਾ ਹੈ। ਪ੍ਰਭੂ ਨੇ ਆਲਰੇਡੀ ਉਹਨਾਂ ਦੇ ਦਿਲਾਂ ਦੇ ਵਿੱਚ ਡਰ ਪਾਤਾ। ਜਿੰਨਾ ਮਰਜੀ ਕੋਈ ਬੰਦਾ ਜਵਾਨ ਹੋਵੇ, ਜਿੰਨਾ ਮਰਜੀ ਕਿਸੇ ਦੇ ਕੋਲ ਹਥਿਆਰ ਹੋਣ, ਕੋਈ ਫਰਕ ਨਹੀਂ ਪੈਂਦਾ ਅਗਰ ਉਹਨਾਂ ਦਾ ਦਿਲ ਕਮਜ਼ੋਰ ਆ, ਉਹਨਾਂ ਦਾ ਦਿਲ ਕਮਜ਼ੋਰ ਆ। ਸੋ ਅਸੀਂ ਕੀ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਉਹਨਾਂ ਨੂੰ ਇਹ ਸਾਰੀ ਬਰਕਤ ਦੇ ਦਿੱਤੀ, ਔਰ ਪ੍ਰਭੂ ਨੇ ਦੱਸ ਦਿੱਤਾ ਕਿ ਮੈਂ ਕਿਹੜੀ ਧਰਤੀ ਤੁਹਾਨੂੰ ਦੇਣ ਜਾ ਰਿਹਾ। ਔਰ ਹੁਣ ਦੂਸਰੀ ਜਨਗਣਨਾ ਹੋ ਚੁੱਕੀ ਹੈ। ਦੂਸਰੀ ਜਨਗਣਨਾ ਦੇ ਅਨੁਸਾਰ ਉਹਨਾਂ ਦੇ ਵਿੱਚ ਧਰਤੀ ਵੰਡ ਦਿੱਤੀ ਗਈ ਹੈ, ਜਿਹੜੀ ਉਹਨਾਂ ਨੂੰ ਮਿਲਣੀ ਹੈ। ਸੋ ਆਓ ਅਸੀਂ ਹੁਣ ਇੱਥੇ ਦੇਖਾਂਗੇ ਕਿ ਪ੍ਰਭੂ ਨੇ ਧੀਆਂ ਦੇ ਨਾਲ ਵੀ ਉਸਨੇ ਗੁਨਾਹ ਨਹੀਂ, ਇਹ ਨਹੀਂ ਕਿਹਾ ਕਿ ਧੀਆਂ ਨੂੰ ਨਹੀਂ ਕੁਛ ਮਿਲਣਾ ਚਾਹੀਦਾ। ਆਓ ਅਸੀਂ ਦੇਖੀਏ ਕਿ 27ਵਾਂ ਭਾਵ ਅਤੇ ਅਸੀਂ ਪਹੁੰਚ ਗਏ ਹਾਂ। ਆਓ ਪਹਿਲੀਆਂ 11 ਆਇਤਾਂ ਅਸੀਂ ਦੇਖੀਏ। ਸਲਾਫਹਾਦ ਦੀਆਂ ਧੀਆਂ। ਯੂਸਫ ਦੇ ਪੁੱਤਰ ਮਨਸ਼ਾ ਦਾ ਇੱਕ ਪੁੱਤਰ ਮਕੀਰ ਸੀ। ਮਕੀਰ ਦਾ ਪੁੱਤਰ ਗਿਲਿਆਦ, ਗਿਲਿਆਦ ਦਾ ਹੇਫਰ ਅਤੇ ਹੇਫਰ ਦਾ ਸਲਾਫਹਾਦ ਸੀ। ਸਲਾਫਹਾਦ ਦੀਆਂ ਕੇਵਲ ਧੀਆਂ ਸਨ, ਜਿਨ੍ਹਾਂ ਦੇ ਇਹ ਨਾਮ ਸਨ ਮਹਿਲਾ, ਨੋਹਾ, ਆਹਾਗਲਾ, ਮਿਲਕਾਰ ਅਤੇ ਤਿਰਸਾ।
ਤਿਰਸਾ ਸਨ। ਇਹਨਾਂ ਸਭ ਭੈਣਾਂ ਨੇ ਮੂਸਾ, ਪੁਰੋਹਿਤ ਅਲਆਜ਼ਾਰ, ਸਭ ਇਸਰਾਏਲੀ ਆਗੂਆਂ ਅਤੇ ਸਾਰੀ ਸੰਗਤ ਦੇ ਸਾਹਮਣੇ ਪ੍ਰਭੂ ਦੇ ਤੰਬੂ ਦੇ ਬੂਹੇ ਕੋਲ ਜਾ ਕੇ ਕਿਹਾ, ਸਾਡਾ ਪਿਤਾ ਉਜਾੜ ਵਿੱਚ ਮਰ ਗਿਆ ਸੀ, ਜੋ ਕੋਰਹ ਦੇ ਦਲ ਨਾਲ ਨਹੀਂ ਸੀ, ਸਗੋਂ ਉਹ ਆਪਣੇ ਹੀ ਕਿਸੇ ਪਾਪ ਕਾਰਨ ਮਰਿਆ ਸੀ। ਸਾਡੇ ਪਿਤਾ ਦਾ ਨਾਂ ਪੁੱਤਰ ਦੇ ਨਾ ਹੋਣ ਕਰਕੇ ਕਾਰਨ ਖਤਮ ਨਹੀਂ ਹੋਣਾ ਚਾਹੀਦਾ ਹੈ। ਇਸ ਲਈ ਸਾਨੂੰ ਸਾਡੇ ਸੰਬੰਧੀਆਂ ਨਾਲ ਬਰਾਬਰ ਵਿਰਸਾ ਮਿਲਣਾ ਚਾਹੀਦਾ ਹੈ। ਮੂਸਾ ਨੇ ਸਲਾਫਹਾ ਦੀਆਂ ਧੀਆਂ ਦੀ ਇਸ ਸ਼ਿਕਾਇਤ ਨੂੰ ਪ੍ਰਭੂ ਅੱਗੇ ਨਿਆਂ ਲਈ ਰੱਖਿਆ। ਪ੍ਰਭੂ ਨੇ ਮੂਸਾ ਨੂੰ ਕਿਹਾ, ਸਲਾਫਹਾ ਦੀਆਂ ਧੀਆਂ ਦੀ ਸ਼ਿਕਾਇਤ ਠੀਕ ਹੈ, ਤੂੰ ਉਹਨਾਂ ਨੂੰ ਉਹਨਾਂ ਦੇ ਸੰਬੰਧੀਆਂ ਬਰਾਬਰ ਵਿਰਸਾ ਦੇ, ਜੋ ਅੱਗੇ ਉਹਨਾਂ ਦੀ ਸੰਤਾਨ ਦਾ ਹੋਵੇਗਾ। ਤੂੰ ਸਭ ਇਸਰਾਏਲ ਲਈ ਇਹ ਨਿਯਮ ਠਹਿਰਾ ਦੇ, ਜੇਕਰ ਕੋਈ ਆਦਮੀ ਪੁੱਤਰ ਰਹਿਤ ਮਰ ਜਾਵੇ ਤਾਂ ਉਸ ਦਾ ਵਿਰਸਾ ਉਸ ਦੀਆਂ ਧੀਆਂ ਨੂੰ ਦਿੱਤਾ ਜਾਵੇ, ਪਰ ਜੇਕਰ ਉਸ ਆਦਮੀ ਦੀ ਕੋਈ ਧੀ ਵੀ ਨਹੀਂ ਹੈ ਤਾਂ ਉਸ ਦਾ ਵਿਰਸਾ ਉਸਦੇ ਭਰਾ ਨੂੰ ਦਿੱਤਾ ਜਾਵੇ, ਪਰ ਜੇਕਰ ਉਸਦਾ ਕੋਈ ਭਰਾ ਵੀ ਨਾ ਹੋਵੇ ਤਾਂ ਉਸਦੇ ਵਿਰਸੇ ਨੂੰ ਉਸਦੇ ਪਿਤਾ ਦੇ ਭਰਾ ਨੂੰ ਦਿੱਤਾ ਜਾਵੇ, ਪਰ ਜੇਕਰ ਉਸਦੇ ਪਿਤਾ ਦਾ ਵੀ ਕੋਈ ਭਰਾ ਨਾ ਹੋਵੇ ਤਾਂ ਉਸਦਾ ਵਿਰਸਾ ਉਸਦੇ ਸਭ ਤੋਂ ਨੇੜੇ ਦੇ ਸੰਬੰਧੀ ਨੂੰ ਦਿੱਤਾ ਜਾਵੇ। ਇਸ ਨਿਯਮ ਦੀ ਪਾਲਣਾ ਇਸਰਾਏਲੀਆਂ ਵਿੱਚ ਪੀੜ੍ਹੀਓਂ ਪੀੜ੍ਹੀ ਕੀਤੀ ਜਾਵੇ। ਸੋ ਇੱਥੇ ਅਗਰ ਦੇਖਿਆ ਜਾਵੇ ਤਾਂ ਜਿਹੜੀ ਅਸੀਂ ਰੂਥ ਦੀ ਪੁਸਤਕ ਪੜ੍ਹਦੇ ਹਾਂ, ਰੂਥ ਦੀ ਜਿਹੜੀ ਅਸੀਂ ਪੁਸਤਕ ਪੜ੍ਹਦੇ ਹਾਂ, ਉਹ ਉਸਦੀ ਜਿੱਦਾਂ ਕਿ ਉਹ ਇਸ ਦੇ ਕਾਰਨ ਸੀ, ਕਿਉਂਕਿ ਜਿਸ ਲਈ ਉਹ ਵਾਪਸ ਆਏ ਆ ਤਾਂ ਦੋ ਔਰਤਾਂ ਹੀ ਵਾਪਸ ਆਈਆਂ ਨਾ, ਔਰਤਾਂ ਨਹੀਂ ਵਾਪਸ ਆਈ, ਪਰ ਉਹਨਾਂ ਦੀ ਜ਼ਮੀਨ ਸੀ, ਉਹਨਾਂ ਦੀ ਜ਼ਮੀਨ ਸੀ। ਇਹ ਦੂਸਰੀਆਂ ਕੌਮਾਂ ਦੇ ਵਾਂਗ ਨਹੀਂ ਸੀ ਜਿਹੜੇ ਉਸ ਇਲਾਕੇ ਦੇ ਵਿੱਚ ਰਹਿੰਦਾ ਸੀ ਕਿ ਧੀਆਂ ਨੂੰ ਹੱਕ ਨਾ ਦਿੱਤਾ ਜਾਵੇ। ਸਭ ਤੋਂ ਪਹਿਲਾਂ ਅਗਰ ਸਭ ਤੋਂ ਪੁਰਾਣੀ ਸਾਨੂੰ ਆਇਤ ਮਿਲਦੀ ਆ ਸਾਰਿਆਂ ਗ੍ਰੰਥਾਂ ਦੇ ਵਿੱਚ ਇੱਕ ਧੀ ਨੂੰ ਬਰਾਬਰ ਹੱਕ ਦਿੱਤਾ ਗਿਆ, ਤੇ ਬਾਈਬਲ ਦੇ ਵਿੱਚ ਮਿਲਦੀ, ਹੋਰ ਨਹੀਂ ਕਿਤੇ ਵੀ ਮਿਲਦੀ। ਬਾਈਬਲ ਦੇ ਵਿੱਚ ਸਾਨੂੰ ਹਿੱਸਾ ਮਿਲਦਾ। ਸੋ ਇਹ ਕਹਿ ਦੇਣਾ ਕਿ ਜੀ ਔਰਤ ਦੀ ਸੇਮ ਜਗ੍ਹਾ ਨਹੀਂ ਬਾਈਬਲ ਦੇ ਵਿੱਚ, ਜਿੱਦਾਂ ਕਈ ਕਹਿ ਦਿੰਦੇ ਆ, that is not true। ਜਿੰਨਾ ਔਰਤ ਨੂੰ ਮਾਣ ਬਾਈਬਲ ਦੇ ਵਿੱਚ ਦਿੱਤਾ ਗਿਆ, ਕਿਸੇ ਨੂੰ ਨਹੀਂ ਦਿੱਤਾ ਗਿਆ। ਔਰਤ ਦੇ ਵਿੱਚ ਕਿਤੇ ਵੀ ਔਰਤ ਨੂੰ ਪ੍ਰਭੂ ਦੇ ਵਚਨ ਦੇ ਵਿੱਚ ਕਿਤੇ ਵੀ ਔਰਤ ਨੂੰ ਪੈਰ ਦੀ ਜੁੱਤੀ ਨਹੀਂ ਕਿਹਾ ਗਿਆ, ਜਿੱਦਾਂ ਕੁਛ ਕਹਿੰਦੇ ਆ। ਜਾਂ ਇਹ ਵੀ ਕਿਹਾ ਜਾਂਦਾ ਕਿ ਔਰਤ ਨੂੰ ਪੜ੍ਹਾਉਣਾ, ਲੜਕੀ ਨੂੰ ਪੜ੍ਹਾਉਣਾ ਗੁਆਂਢੀ ਦੇ ਰੁੱਖ ਨੂੰ ਪਾਣੀ ਦੇਣ ਦੇ ਬਰਾਬਰ, ਜਿਹਦਾ ਫਲ ਕਿਸੇ ਹੋਰ ਨੇ ਖਾਣਾ। ਇਹ ਵੀ ਲਿਖਿਆ, ਪਰ ਨਹੀਂ, ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਨਹੀਂ ਸੀ। ਇਹਨਾਂ ਸਭ ਨੂੰ ਬਰਾਬਰ ਹਿੱਸਾ ਦਿੱਤਾ ਗਿਆ, ਇਹਨਾਂ ਕੁੜੀਆਂ ਨੂੰ ਬਰਾਬਰ ਹਿੱਸਾ ਦਿੱਤਾ ਗਿਆ, ਆਪਣੇ ਬਾਪ ਦਾ ਜੋ ਇਹਨਾਂ ਦਾ ਬਣਦਾ ਸੀਗਾ। ਔਰ ਅਜੀਬ ਚੀਜ਼ ਇਹ ਆ ਕਿ ਵਿਰਸਾ ਵੰਡਿਆ ਜਾ ਰਿਹਾ ਹੈ ਇਸ ਵੇਲੇ। ਜਿਸ ਧਰਤੀ ਤੇ ਜਾ ਕੇ ਇਹਨਾਂ ਨੇ ਕਬਜ਼ਾ ਕਰਨਾ ਆ, ਉਹ ਧਰਤੀ ਵੰਡੀ ਜਾ ਰਹੀ ਆ, ਹਾਲੇ ਇਹਨਾਂ ਨੇ ਕਬਜ਼ਾ ਨਹੀਂ ਕੀਤਾ, ਤਾਂ ਕਿ ਇਹਨਾਂ ਨੂੰ ਧਰਤੀ ਇਸ ਕਰਕੇ ਵੰਡੀ ਕਿ ਉੱਥੇ ਜਾ ਕੇ ਜਿੱਦਾਂ ਜਿੱਦਾਂ ਕਬਜ਼ਾ ਕਰਨ, ਇਹ ਆਪਣੀ ਆਪਣੀ ਧਰਤੀ ਤੇ ਜਾਈ ਜਾਣ। ਇਹਨਾਂ ਨੂੰ ਪਤਾ ਸੀ ਕਿ ਆਹ ਧਰਤੀ ਸਾਡੀ ਹੈ, ਆਹ ਸਾਡੇ ਹਿੱਸੇ ਆਈ, ਇਹ ਜਾ ਕੇ ਉਹਨਾਂ ਦੇ ਉੱਤੇ ਕਬਜ਼ਾ ਕਰੀ ਜਾਣ, ਤਾਂ ਕਿ ਕਿਸੇ ਵੀ ਕਿਸਮ ਦੀ ਉੱਥੇ ਜਾ ਕੇ ਕਨਫਿਊਜ਼ਨ ਨਾ ਹੋਵੇ। ਸੋ ਇਹਨਾਂ ਨੂੰ ਇਸ ਚੀਜ਼ ਦਾ ਪਤਾ ਹੈ। ਸੋ ਆਓ ਹੁਣ ਅਸੀਂ 12 ਆਇਤ ਤੋਂ ਅੱਗੇ ਦੇਖਦੇ ਹਾਂ, 12 ਤੋਂ 23 ਤੱਕ। ਮੈਂ ਪੜ੍ਹਦਾ ਪਾਸਟਰ ਜੀ। ਯਹੋਸ਼ਿਆ ਮੂਸਾ ਦਾ ਉੱਤਰਾਧਿਕਾਰੀ ਚੁਣਿਆ ਜਾਂਦਾ ਹੈ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਅਬਰੀਮ ਪਹਾੜ ਦੀ ਚੋਟੀ ਤੇ ਚੜ੍ਹ ਕੇ ਉਸ ਧਰਤੀ ਨੂੰ ਦੇਖ ਜੋ ਮੈਂ ਇਜ਼ਰਾਈਲ ਦੇ ਲੋਕਾਂ ਨੂੰ ਦਿੱਤੀ ਹੈ। ਇਸ ਧਰਤੀ ਨੂੰ ਦੇਖਣ ਦੇ ਪਿੱਛੋਂ ਤੂੰ ਵੀ ਆਪਣੇ ਭਰਾ ਹਾਰੂਨ ਦੇ ਵਾਂਗ ਮਰ ਕੇ ਆਪਣੇ ਪੁਰਖਿਆਂ ਕੋਲ ਚਲਾ ਜਾਵੇਂਗਾ। ਤੁਸੀਂ ਦੋਹਾਂ ਨੇ ਸੀਨ ਦੀ ਉਜਾੜ ਵਿੱਚ ਮੇਰੀ ਸ਼ਕਤੀ ਤੇ ਉਸ ਸਮੇਂ ਵਿਸ਼ਵਾਸ ਨਾ ਕੀਤਾ ਜਦੋਂ ਉੱਥੇ ਪਾਣੀ ਦੇ ਲਈ ਸੰਗਤ ਨੇ ਵਿਦਰੋਹ ਕੀਤਾ ਸੀ। ਮਰੀਬਾ ਦੇ ਪਾਣੀ ਸੀਨ ਦੀ ਉਜਾੜ ਵਿੱਚ ਕਾਦੇਸ਼ ਦੇ ਇਲਾਕੇ ਵਿੱਚ ਸਨ। ਮੂਸਾ ਨੇ ਪ੍ਰਭੂ ਨੂੰ ਕਿਹਾ, ਹੇ ਸਭ ਪ੍ਰਾਣੀਆਂ ਦੇ ਜੀਵਨ ਦਾਤਾ ਪਰਮੇਸ਼ਵਰ, ਤੂੰ ਆਪਣੀ ਸੰਗਤ ਦੀ ਅਗਵਾਈ ਕਰਨ ਲਈ ਮੇਰੀ ਥਾਂ ਕਿਸੇ ਆਦਮੀ ਨੂੰ ਠਹਿਰਾ ਦੇ। ਇਸ ਤਰ੍ਹਾਂ ਤੇਰੇ ਲੋਕ ਬਿਨਾਂ ਚਰਵਾਹੇ ਨਹੀਂ ਹੋਣਗੇ ਅਤੇ ਉਹ ਉਹਨਾਂ ਨੂੰ ਅੰਦਰ ਬਾਹਰ ਲੈ ਕੇ ਜਾਵੇਗਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਨੂਨ ਦੇ ਪੁੱਤਰ ਯਹੋਸ਼ਿਆ ਵਿੱਚ ਮੇਰਾ ਆਤਮਾ ਕੰਮ ਕਰਦਾ ਹੈ। ਤੂੰ ਉਸ ਨੂੰ ਲੈ ਕੇ ਉਸ ਉੱਤੇ ਆਪਣਾ ਹੱਥ ਰੱਖ। ਉਸ ਨੂੰ ਤੂੰ ਪੁਰੋਹਿਤ ਅਲਆਜ਼ਾਰ ਅਤੇ ਸਾਰੀ ਸੰਗਤ ਦੇ ਸਾਹਮਣੇ ਖੜਾ ਕਰ ਅਤੇ ਉਹਨਾਂ ਦੇ ਸਾਹਮਣੇ ਉਸ ਨੂੰ ਆਪਣਾ ਉੱਤਰਾਧਿਕਾਰੀ ਥਾਪ।
ਉਸ ਨੂੰ ਤੂੰ ਆਪਣੇ ਅਧਿਕਾਰਾਂ ਵਿੱਚੋਂ ਕੁਝ ਦੇ ਕਿ ਉਸ ਦਾ ਕਿਹਾ ਇਜ਼ਰਾਈਲੀ ਲੋਕ ਮੰਨਣ। ਪੁਰੋਹਿਤ ਅਲਆਜ਼ਾਰ ਉਰੀਮ ਦੇ ਦੁਆਰਾ ਪ੍ਰਭੂ ਦੀ ਇੱਛਾ ਯਹੋਸ਼ਿਆ ਲਈ ਜਾਣਿਆ ਕਰੇਗਾ ਅਤੇ ਫਿਰ ਯਹੋਸ਼ਿਆ ਦੇ ਕਹੇ ਅਨੁਸਾਰ ਸਭ ਸੰਗਤ ਕੰਮ ਕਰੇਗੀ। ਸੋ ਮੂਸਾ ਨੇ ਪ੍ਰਭੂ ਦੇ ਕਹੇ ਅਨੁਸਾਰ ਕੀਤਾ ਤੇ ਉਸਨੇ ਯਹੋਸ਼ਿਆ ਨੂੰ ਪੁਰੋਹਿਤ ਅਲਆਜ਼ਾਰ ਅਤੇ ਸਾਰੀ ਸੰਗਤ ਦੇ ਸਾਹਮਣੇ ਖੜਾ ਕਰਕੇ ਆਪਣਾ ਹੱਥ ਉਸ ਦੇ ਸਿਰ ਤੇ ਰੱਖ ਕੇ ਉਸ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ। ਸੋ ਹੁਣ ਤਿਆਰੀ ਸ਼ੁਰੂ ਹੋ ਚੁੱਕੀ ਹੈ ਧਰਤੀ ਨੂੰ ਪਾਉਣ ਦੇ ਲਈ। ਸੋ ਪ੍ਰਭੂ ਨੇ ਸ਼ੁਰੂ ਤੋਂ ਯਹੋਸ਼ੁਆ ਨੂੰ ਮੂਸਾ ਦੇ ਨਾਲ ਰੱਖਿਆ। ਪਹਿਲੇ ਦਿਨ ਤੋਂ ਯਹੋਸ਼ੁਆ ਇਹ ਸਿੱਖਦਾ ਪਿਆ ਕਿ ਮੂਸਾ ਕਿਸ ਤਰ੍ਹਾਂ ਇਹ ਸਾਰੀਆਂ ਚੀਜ਼ਾਂ ਕਰਦਾ, ਕਿਸ ਤਰ੍ਹਾਂ ਉਹ ਕੌਮ ਨੂੰ ਸੰਭਾਲਦਾ ਪਿਆ। ਸੋ ਉਹ ਸ਼ੁਰੂ ਤੋਂ ਪ੍ਰਭੂ ਨੇ ਉਹਦੇ ਨਾਲ ਉਸ ਨੂੰ ਰੱਖ ਕੇ ਉਸ ਨੂੰ ਸਿਖਾਇਆ। ਸ਼ੁਰੂ ਤੋਂ ਉਸ ਨੂੰ ਮੂਸਾ ਦੇ ਨੇ ਲਾਗੇ ਰੱਖਿਆ ਕਿ ਮੂਸਾ ਦੀ ਜਿਹੜੀ ਪੈਰ ਦੀ ਜਿਹੜੀ ਧੂੜ ਸੀ ਜਿਸ ਲਈ ਉਹ ਉੜਦੀ ਸੀ ਤਾਂ ਉਹ ਯਹੋਸ਼ੁਆ ਦੇ ਪੈਰਾਂ ਦੇ ਉੱਤੇ ਆ ਕੇ ਟਿਕ ਜਾਂਦੀ ਸੀ। ਔਰ ਇਸ ਕਰਕੇ ਇਹ ਜਿਹੜੀ ਕਹਾਵਤ ਹੈ ਯਹੂਦੀਆਂ ਦੇ ਵਿੱਚ ਚੱਲੀ ਕਿ ਆਪਣੇ ਰੱਬੀ ਜਿਹਦਾ ਟੀਚਰ ਕਹਿੰਦੇ ਆ ਉਸਨੂੰ, ਤੇ ਆਪਣੇ ਗੁਰੂ ਤੇ ਆਪਣੇ ਉਸਤਾਦ ਦੇ ਇੰਨਾ ਲਾਗੇ ਤੋਂ ਕਿ ਉਹਦੀ ਜਿਹੜੀ ਪੈਰਾਂ ਦੀ ਧੂੜ ਉੱਡ ਕੇ ਤੇਰਿਆਂ ਪੈਰਾਂ ਤੇ ਪਏ, ਤੇਰੇ ਪੈਰਾਂ ਤੇ ਜਮ ਜਾਏ। ਕਹਿੰਦਾ ਕੀ ਮਤਲਬ, ਲਰਨ ਫਰੋਮ ਹਿਮ ਕਲੋਸਲੀ, ਨਜ਼ਦੀਕ ਰਹਿ ਕੇ ਸਿੱਖ, ਨਜ਼ਦੀਕ ਰਹਿ ਕੇ ਸਿੱਖ, ਔਰ ਫਿਰ ਤੈਨੂੰ ਪਤਾ ਲੱਗੇਗਾ ਕਿ ਇਸ ਨੂੰ ਕਿੱਦਾਂ ਸੰਭਾਲਣਾ। ਸੋ ਹੁਣ ਉਹ ਸਮਾਂ ਆ ਗਿਆ ਜਿਸ ਵੇਲੇ ਮੂਸਾ ਨੇ ਆਪਣੀ ਬਰਕਤ ਜਿਹੜੀ ਸੀਗੀ, ਉਹ ਜਿਹੜੀ ਉਸਨੂੰ ਪ੍ਰਭੂ ਤੋਂ ਮਿਲੀ ਸੀ, ਉਹ ਬਰਕਤ ਉਸਨੇ ਯਹੋਸ਼ੁਆ ਨੂੰ ਦੇ ਦਿੱਤੀ। ਔਰ ਉਹ ਬਰਕਤ ਉਸੇ ਤਰ੍ਹਾਂ ਮਿਲੀ ਉਸਨੂੰ ਜਿਸ ਤਰ੍ਹਾਂ ਮੂਸਾ ਦੇ ਕੋਲ ਸੀ। ਉਹ ਉਰੀਮ ਜਿਸ ਨੂੰ ਉਹ ਲੈ ਕੇ, ਜਿਹੜੇ ਉਹਨਾਂ ਦੇ ਕੋਲ 2 ਸਟੋਨ ਹੁੰਦੇ ਸੀਗੇ, ਉਸ ਨੂੰ ਲੈ ਕੇ ਜਿਹੜੇ ਪ੍ਰਭੂ ਦੀ ਇੱਛਾ ਜਾਣਨੀ ਵੀ, ਇਹ ਵੀ ਪ੍ਰਭੂ ਨੇ ਬਰਕਤ ਉਸ ਨੂੰ ਦਿੱਤੀ। ਕਿਉਂ? ਕਿਉਂਕਿ ਉਸਨੇ ਜੰਗ ਦੇ ਵਿੱਚ ਲੋਕਾਂ ਨੂੰ ਲੈ ਕੇ ਹੁਣ ਜਾਣਾ ਸੀ ਤੇ ਪ੍ਰਭੂ ਤੇਰੀ ਇੱਛਾ ਤਾਂ ਅਸੀਂ ਇਹਨਾਂ ਤੇ ਹਮਲਾ ਕਰੀਏ। ਸੋ ਹੁਣ ਇਸਨੇ ਯਹੋਸ਼ੁਆ ਨੇ ਪ੍ਰਭੂ ਦੀ ਆਵਾਜ਼ ਉਸੇ ਤਰ੍ਹਾਂ ਸੁਣਨੀ ਹੈ ਜਿਸ ਤਰ੍ਹਾਂ ਪ੍ਰਭੂ ਦੀ ਆਵਾਜ਼ ਮੂਸਾ ਸੁਣਦਾ। ਸੋ ਹੁਣ ਉਸਨੇ ਸਾਰੀਆਂ ਚੀਜ਼ਾਂ ਇਹਨਾਂ ਦੀਆਂ ਤਿਆਰ ਕਰ ਦਿੱਤੀਆਂ। ਔਰ ਹੁਣ ਪ੍ਰਭੂ ਨੇ ਉਹਨਾਂ ਬਲੀਆਂ ਦੇ ਬਾਰੇ ਦੱਸਣਾ ਜਿਹੜੀਆਂ ਉਹਨਾਂ ਨੇ ਹੁਣ ਉਹ ਧਰਤੀ ਜਿਹੜੀ ਪ੍ਰਾਪਤ ਕਰਨੀ ਆ, ਉੱਥੇ ਜਾ ਕੇ ਉਹਨਾਂ ਦੀ ਉਹ ਬਲੀਆਂ ਦੇਣੀਆਂ। ਸੋ ਆਓ ਅਸੀਂ 15ਵਾਂ ਚੈਪਟਰ ਛੱਡ ਗਏ ਸਕੇ। ਸੋ ਅਸੀਂ 15ਵਾਂ ਚੈਪਟਰ ਦੀ ਇੱਥੇ ਲਿਖ ਲਓ 28 ਦੇ ਨਾਲ, ਚੈਪਟਰ 15 ਗਿਣਤੀ ਦਾ, ਉਸਨੂੰ ਇੱਥੇ ਲਿਖ ਲਓ। ਸੋ ਅਸੀਂ ਉਸ ਚੈਪਟਰ ਨੂੰ ਜਿਹੜਾ ਅਸੀਂ ਛੱਡ ਗਏ ਸੀਗੇ, ਆਓ ਅਸੀਂ ਉਸ ਨੂੰ ਦੇਖੀਏ। ਮੇਰੇ ਨਾਲ ਵਾਪਸ 15ਵੇਂ ਚੈਪਟਰ ਦੇ ਵਿੱਚ ਆ ਜਾਓ। ਜਦ ਤੁਹਾਨੂੰ ਉਹ ਧਰਤੀ ਮਿਲੇ ਤਾਂ ਤੁਸੀਂ ਪ੍ਰਭੂ ਦੇ ਨਾਮ ਦੇ ਵਿੱਚ ਜਿਹੜੀਆਂ ਬਲੀਆਂ ਦੇਣੀਆਂ, ਜਿਹੜਾ ਤੁਸੀਂ ਉੱਥੇ ਦਾ ਜਾ ਕੇ, ਜੇ ਤੁਸੀਂ ਨੰਬਰ ਕਿੰਨਾ ਹੈਗਾ ਫਿਰ? ਪੰਨਾ ਨੰਬਰ 203 ਮਮ, ਇਸੇ ਕਿਤਾਬ ਦਾ 203 ਪन्ना। ਸੋ ਅਸੀਂ 15ਵਾਂ ਭਾਗ ਉਸ ਦੀਆਂ ਜਿਹੜੀਆਂ ਪਹਿਲੀਆਂ 31 ਆਇਤਾਂ ਉਹਨਾਂ ਨੂੰ ਦੇਖ, 1 ਤੋਂ 31। ਮੈਂ ਪੜ੍ਹਦੀ ਹਾਂ ਪਾਸਟਰ ਜੀ। ਠੀਕ। ਬਲੀਆਂ ਸੰਬੰਧੀ ਕੁਝ ਨਿਯਮ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਜ਼ਰਾਈਲੀਆਂ ਨੂੰ ਕਹਿ ਕਿ ਜਦੋਂ ਤੁਸੀਂ ਆਪਣੇ ਰਹਿਣ ਦੀ ਧਰਤੀ ਤੇ ਪਹੁੰਚ ਜਾਵੋ ਜੋ ਮੈਂ ਤੁਹਾਨੂੰ ਦੇ ਰਿਹਾ ਹਾਂ, ਤਾਂ ਤੁਸੀਂ ਇਹਨਾਂ ਨਿਯਮਾਂ ਦੀ ਪਾਲਣਾ ਕਰਨਾ। ਤੁਸੀਂ ਆਪਣੇ ਚੌਣਿਆਂ ਵਿੱਚੋਂ, ਇੱਜੜਾਂ ਵਿੱਚੋਂ ਪ੍ਰਭੂ ਦੇ ਸਾਹਮਣੇ ਬਲਦ ਜਾਂ ਛਤਰੇ ਜਾਂ ਬੱਕਰੇ ਜਾਂ ਭੇਡ ਦੀ ਬਲੀ ਅੱਗ ਦੁਆਰਾ ਜਾਂ ਹੋਮ ਬਲੀ ਲਈ ਜਾਂ ਕੋਈ ਸੁੱਖਣਾ ਪੂਰੀ ਕਰਨ ਲਈ ਜਾਂ ਖੁਸ਼ੀ ਦੀ ਭੇਟ ਕਰਕੇ ਜਾਂ ਆਪਣੇ ਕਿਸੇ ਠਹਿਰਾਏ ਤਿਉਹਾਰ ਦੇ ਲਈ ਚੜਾ ਸਕਦੇ ਹੋ। ਪ੍ਰਭੂ ਨੂੰ ਇਸ ਦੀ ਸੁਗੰਧ ਪਸੰਦ ਹੈ। ਜੇਕਰ ਬਲੀ ਲੇਲੇ ਦੀ ਹੋਵੇ ਤਾਂ ਉਸ ਨਾਲ 1 ਕਿਲੋ ਮੈਦਾ ਜਿਸ ਵਿੱਚ 1 ਤੇਲ ਦੀ ਮਿਲੀ ਬੋਤਲ ਹੋਵੇ ਚੜਾਇਆ ਜਾਵੇ। ਇਸ ਦੇ ਨਾਲ ਪੀਣ ਦੀ ਭੇਟ ਲਈ 1 ਬੋਤਲ ਦਾਖਸਾਰ ਦੀ ਹੋਵੇ। ਪਰ ਜੇਕਰ ਬਲੀ ਛਤਰੇ ਦੀ ਹੋਵੇ ਤਾਂ ਉਸ ਦੇ ਨਾਲ 2 ਕਿਲੋ ਮੈਦਾ ਜਿਸ ਵਿੱਚ ਅੱਧੀ ਬੋਤਲ ਤੇਲ ਦੀ ਮਿਲੀ ਹੋਵੇ ਅਨਾਜ ਦੀ ਭੇਟ ਚੜਾਇਆ ਜਾਵੇ। ਇਸ ਦੇ ਨਾਲ ਪੀਣ ਦੀ ਭੇਟ ਦੇ ਲਈ ਅੱਧੀ ਬੋਤਲ ਦਾਖਸਾਰ ਦੀ ਚੜਾਈ ਜਾਵੇ। ਇਸ ਦੀ ਸੁਗੰਧ ਪ੍ਰਭੂ ਨੂੰ ਪਸੰਦ ਹੈ। ਪਰ ਜੇਕਰ ਬਲੀ ਬਲਦ ਦੀ ਹੈ ਜੋ ਪ੍ਰਭੂ ਦੇ ਸਾਹਮਣੇ ਹੋਮ ਬਲੀ ਜਾਂ ਸੁੱਖਣਾ ਦੀ ਬਲੀ ਜਾਂ ਮੇਲ ਦੀ ਭੇਟ ਕਰਕੇ ਚੜਾਈ ਜਾ ਰਹੀ ਹੈ ਤਾਂ ਉਸ ਦੇ ਨਾਲ ਅਨਾਜ ਦੀ ਭੇਟ ਲਈ 3 ਕਿਲੋ ਮੈਦਾ ਜਿਸ ਵਿੱਚ 2 ਬੋਤਲਾਂ ਤੇਲ ਦੀਆਂ ਮਿਲੀਆਂ ਹੋਣ ਚੜਾਈ ਜਾਣ।
ਚੜਾਈਆਂ ਜਾਣ, ਜਿਸ ਦੇ ਨਾਲ 2 ਬੋਤਲਾਂ ਦਾਖਸਰ ਦੀਆਂ ਪੀਣ ਦੀ ਭੇਟ ਲਈ ਵੀ ਚੜਾਈਆਂ ਜਾਣ। ਪ੍ਰਭੂ ਨੂੰ ਇਸ ਬਲੀ ਦੀ ਸੁਗੰਧ ਪਸੰਦ ਹੈ। ਇਸ ਤਰ੍ਹਾਂ ਹਰ ਬਲਦ ਜਾਂ ਛਤਰੇ ਜਾਂ ਬੱਕਰੇ ਜਾਂ ਲੇਲੇ ਦੀ ਬਲੀ ਨਾਲ ਅਨਾਜ ਅਤੇ ਪੀਣ ਦੀ ਭੇਟ ਚੜਾਈ ਜਾਵੇ। ਜੇਕਰ ਤੁਸੀਂ ਇੱਕ ਤੋਂ ਅਧਿਕ ਜਾਨਵਰ ਬਲੀ ਚੜਾਓ ਤਾਂ ਉਸ ਦੇ ਨਾਲ ਬਾਕੀ ਭੇਟ ਦੇ ਸਮਾਨ ਵੀ ਉਸੇ ਹਿਸਾਬ ਨਾਲ ਵਧਾ ਲਵੋ। ਸਭ ਇਸਰਾਏਲੀ ਅੱਗ ਦੁਆਰਾ ਚੜਾਈ ਭੇਟ ਬਲੀ ਲਈ ਇਹ ਨਿਯਮਾਂ ਦੀ ਪਾਲਣਾ ਕਰਨ, ਜਿਸ ਦੀ ਸੁਗੰਧ ਪ੍ਰਭੂ ਨੂੰ ਪਸੰਦ ਹੈ। ਤੁਹਾਡੇ ਵਿੱਚ ਵਸ ਚੁੱਕੇ ਪਰਦੇਸੀਆਂ ਲਈ ਵੀ ਜੋ ਇਹਨਾਂ ਬਲੀਆਂ ਨੂੰ ਚੜਾਉਣਾ ਚਾਹੁਣ, ਇਹਨਾਂ ਹੀ ਨਿਯਮਾਂ ਦੀ ਪਾਲਣਾ ਕਰਨ। ਇਸ ਤਰ੍ਹਾਂ ਪੀੜ੍ਹੀਓ ਪੀੜ੍ਹੀ ਤੁਹਾਡੇ ਲਈ ਅਤੇ ਤੁਹਾਡੇ ਵਿੱਚ ਵਸ ਰਹੇ ਪਰਦੇਸੀਆਂ ਲਈ ਇਹਨਾਂ ਬਲੀਆਂ ਦੇ ਨਿਯਮ ਇੱਕੋ ਹੀ ਹਨ। ਸੋ ਤੁਹਾਡੇ ਪਰਦੇਸੀਆਂ ਲਈ ਸਭ ਨਿਯਮ ਅਤੇ ਵਿਧੀਆਂ ਇੱਕੋ ਜਿਹੀਆਂ ਬਰਾਬਰ ਹਨ। ਪ੍ਰਭੂ ਨੇ ਅੱਗੇ ਮੂਸਾ ਨੂੰ ਕਿਹਾ, ਤੂੰ ਇਸਰਾਏਲੀ ਲੋਕਾਂ ਨੂੰ ਇਹ ਕਹਿ ਕੇ ਜਦੋਂ ਉਹ ਉਸ ਧਰਤੀ ਤੇ ਪਹੁੰਚ ਜਾਣ ਜੋ ਮੈਂ ਉਹਨਾਂ ਨੂੰ ਦੇਵਾਂਗਾ, ਅਤੇ ਜਦੋਂ ਉਹ ਉਸ ਧਰਤੀ ਦਾ ਪਹਿਲਾ ਫਲ ਖਾਣ ਤਾਂ ਉਹ ਮੇਰੇ ਸਾਹਮਣੇ ਭੇਟ ਚੜਾਉਣ। ਤੁਸੀਂ ਆਪਣੇ ਤਵੇ ਦੀ ਪਹਿਲੀ ਰੋਟੀ ਮੇਰੇ ਸਾਹਮਣੇ ਉਸ ਤਰ੍ਹਾਂ ਭੇਟ ਕਰਨਾ ਜਿਸ ਤਰ੍ਹਾਂ ਤੁਸੀਂ ਆਪਣੇ ਫਸਲ ਦਾ ਪਹਿਲਾ ਫਲ ਭੇਟ ਕਰਦੇ ਹੋ। ਸੋ ਆਪਣੇ ਭੋਜਨ ਦਾ ਪਹਿਲਾ ਹਿੱਸਾ ਤੁਸੀਂ ਪੀੜ੍ਹੀਓ ਪੀੜ੍ਹੀ ਮੇਰੇ ਸਾਹਮਣੇ ਭੇਟ ਦੇ ਤੌਰ ਤੇ ਚੜਾਉਣਾ। ਪਰ ਹੋ ਸਕਦਾ ਹੈ ਤੁਸੀਂ ਉਹਨਾਂ ਆਗਿਆਵਾਂ ਨੂੰ ਜੋ ਪ੍ਰਭੂ ਨੇ ਮੂਸਾ ਦੁਆਰਾ ਤੁਹਾਨੂੰ ਪੀੜ੍ਹੀਓ ਪੀੜ੍ਹੀ ਮੰਨਣ ਲਈ ਦਿੱਤੀਆਂ ਹਨ ਨਾ ਪੂਰਾ ਕਰੋ। ਇਹ ਵੀ ਹੋ ਸਕਦਾ ਹੈ ਕਿ ਇਹ ਗਲਤੀ ਸੰਗਤ ਕੋਲੋਂ ਅਣਜਾਣੇ ਹੀ ਹੋ ਜਾਵੇ। ਸੋ ਇਸ ਹਾਲਤ ਵਿੱਚ ਸਾਰੀ ਸੰਗਤ ਇੱਕ ਬਲਦ ਹੋਮ ਬਲੀ ਲਈ ਪ੍ਰਭੂ ਅੱਗੇ ਚੜਾਵੇ। ਇਸ ਦੇ ਨਾਲ ਉਹ ਅਨਾਜ ਅਤੇ ਪੀਣ ਦੀ ਭੇਟ ਵੀ ਨਿਯਮ ਅਨੁਸਾਰ ਭੇਟ ਕਰਨ। ਇਹਨਾਂ ਤੋਂ ਇਲਾਵਾ ਇੱਕ ਬੱਕਰਾ ਵੀ ਪਾਪ ਬਲੀ ਦੇ ਤੌਰ ਤੇ ਚੜਾਇਆ ਜਾਵੇ। ਸੋ ਪੁਰੋਹਿਤ ਸਾਰੀ ਸੰਗਤ ਵੱਲੋਂ ਪਾਪ ਮਾਫੀ ਦੀ ਬਲੀ ਇਹ ਚੜਾਵੇ ਤਾਂ ਸੰਗਤ ਦਾ ਇਹ ਪਾਪ ਮਾਫ ਹੋ ਜਾਵੇਗਾ, ਕਿਉਂਕਿ ਇਹ ਉਹਨਾਂ ਤੋਂ ਅਣਜਾਣੇ ਹੀ ਹੋਇਆ ਹੈ ਅਤੇ ਇਸ ਦੇ ਲਈ ਉਹਨਾਂ ਪਾਪ ਬਲੀ ਅਤੇ ਅਨਾਜ ਦੀ ਭੇਟ ਵੀ ਪ੍ਰਭੂ ਸਾਹਮਣੇ ਚੜਾਈ ਹੈ। ਇਸਰਾਏਲੀਆਂ ਦੇ ਨਾਲ ਰਹਿ ਰਹੇ ਪਰਦੇਸੀਆਂ ਦੇ ਪਾਪ ਵੀ ਮਾਫ ਹੋ ਜਾਵੇਗਾ, ਕਿਉਂਕਿ ਉਸ ਦੇ ਵਿੱਚ ਸਭ ਭਾਗੀ ਸਨ। ਪਰ ਜੇਕਰ ਇਸ ਤਰ੍ਹਾਂ ਅਣਜਾਣੇ ਹੀ ਇਹ ਪਾਪ ਕਿਸੇ ਇੱਕ ਮਨੁੱਖ ਕੋਲੋਂ ਹੋ ਜਾਵੇ ਤਾਂ ਉਹ 1 ਸਾਲ ਦੀ ਇੱਕ ਬੱਕਰੀ ਪਾਪ ਬਲੀ ਦੇ ਲਈ ਚੜਾਵੇ। ਉਸ ਦੇ ਲਈ ਵੀ ਪੁਰੋਹਿਤ ਉਸ ਦੁਆਰਾ ਅਣਜਾਣੇ ਵਿੱਚ ਕੀਤੇ ਪਾਪ ਦੇ ਲਈ ਮਾਫੀ ਪ੍ਰਾਪਤੀ ਲਈ ਇਹ ਬਲੀ ਚੜਾਵੇ ਤਾਂ ਉਸ ਮਨੁੱਖ ਦਾ ਪਾਪ ਮਾਫ ਹੋ ਜਾਵੇਗਾ। ਅਣਜਾਣੇ ਵਿੱਚ ਕੀਤੇ ਪਾਪ ਦੇ ਲਈ ਇਸਰਾਏਲੀਆਂ ਅਤੇ ਪਰਦੇਸੀਆਂ ਦੋਹਾਂ ਦੇ ਲਈ ਇੱਕੋ ਹੀ ਨਿਯਮ ਹੈ। ਪਰ ਜੇਕਰ ਕੋਈ ਮਨੁੱਖ ਚਾਹੇ ਉਹ ਇਸਰਾਏਲੀ ਹੋਵੇ ਜਾਂ ਪਰਦੇਸੀ ਜਾਣਬੁੱਝ ਕੇ ਪਾਪ ਕਰੇ, ਪ੍ਰਭੂ ਦੀ ਨਿੰਦਾ ਕਰੇ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ। ਉਸ ਨੇ ਪ੍ਰਭੂ ਦੀ ਆਗਿਆ ਤੋੜ ਕੇ ਪ੍ਰਭੂ ਦਾ ਵਿਸ਼ਵਾਸਘਾਤ ਕੀਤਾ ਹੈ, ਇਸ ਲਈ ਉਸ ਦਾ ਪੂਰਨ ਨਾਸ਼ ਕੀਤੇ ਜਾਣਾ ਜ਼ਰੂਰੀ ਹੈ। ਉਸ ਦਾ ਅਪਰਾਧ ਉਸ ਤੇ ਆਪਣੇ ਸਿਰ ਹੋਵੇਗਾ। ਸੋ ਇਹ ਜਿਹੜੀਆਂ ਬਲੀਆਂ ਆ, ਖਾਸ ਕਰਕੇ ਜਿਹੜਾ ਜਿੱਦਾਂ ਜਿਹੜੀ ਰੋਟੀ ਦੀ ਬਲੀ ਆ, ਦੂਸਰੀ ਜਾਨਵਰਾਂ ਦੀ ਬਲੀ ਤਾਂ ਹੁਣ ਯਹੂਦੀ ਹਾਲੇ ਨਹੀਂ ਦਿੰਦੇ ਪਏ। ਹਾਲੇ ਉਹ ਕਹਿੰਦੇ ਕਿ ਹਾਲੇ ਸਾਡੇ ਕੋਲ ਮੰਦਿਰ ਨਹੀਂਗਾ, ਜਦੋਂ ਸਾਡੇ ਕੋਲ ਮੰਦਿਰ ਹੋਣਾ ਉਸ ਲਈ ਬਲੀਆਂ ਦਿੱਤੀਆਂ ਜਾਣਗੀਆਂ। ਲੇਕਿਨ ਇਸ ਬਲੀ ਨੂੰ, ਇਹ ਰੋਟੀ ਦੀ ਬਲੀ ਨੂੰ ਯਹੂਦੀ ਹਾਲੇ ਵੀ ਮੰਨਦੇ ਕਿ ਉਹ ਜਿਸਲੇ ਖਾਣਾ ਪੱਕਦਾ ਆ ਤਾਂ ਉਹ 2 ਤਰ੍ਹਾਂ ਕਰਦੇ ਆ। ਜਾਂ ਤਾਂ ਉਹ ਜਿਹੜੀ ਪਹਿਲੀ ਬ੍ਰੈਡ ਆ ਉਸ ਨੂੰ ਕੱਢ ਲੈਂਦੇ ਆ ਤੇ ਉਹ ਕਿਸੇ ਗਰੀਬ ਨੂੰ ਦੇ ਦਿੰਦੇ ਆ, ਨਹੀਂ ਤਾਂ ਜਿਹੜੇ ਦੂਸਰਾ ਹੈਗਾ ਕਿ ਉਸ ਬ੍ਰੈਡ ਨੂੰ ਲੈ ਕੇ ਉਸ ਨੂੰ ਕੱਟ ਕੇ, ਯਾਨੀ ਕਿ ਬ੍ਰੈਡ ਹੁੰਦੀ ਜਿਹੜੀ ਵੱਡੀਆਂ ਨਹੀਂ ਹੁੰਦੀਆਂ, ਛੋਟੀ ਛੋਟੀ ਜਿੱਦਾਂ ਰਾਉਂਡ ਬ੍ਰੈਡ, ਜਿਹੜੇ ਬੇਗਲ ਆ ਇਹ ਯਹੂਦੀਆਂ ਦੇ ਕੋਲੋਂ ਆਏ ਸਨ। ਜਿਹੜੇ ਅਸੀਂ ਬੇਗਲ ਖਾਂਦੇ ਹਾਂ ਨਾ, ਇਹ ਯਹੂਦੀਆਂ ਦੇ ਦੇਣ ਆ ਸਾਨੂੰ। ਸੋ ਉਹ ਛੋਟਾ ਜਿਹਾ ਬੇਗਲ ਪਹਿਲਾਂ ਬਣਾ ਕੇ ਜਾਂ ਛੋਟੀ ਜਿਹੀ ਪਹਿਲਾਂ ਬ੍ਰੈਡ ਬਣਾ ਕੇ ਤੇ ਕਈ ਉਸ ਨੂੰ ਜਿਹੜਾ ਹੈਗਾ ਆ ਬੇਸਿਕਲੀ ਕਈ ਵਾਰੀ ਤਾਂ ਉਹ ਓਵਨ ਦੇ ਵਿੱਚ ਉਸ ਨੂੰ ਸਾੜ ਦਿੰਦੇ ਆ ਜਾਂ ਉਸ ਨੂੰ ਬਾਹਰ ਅੱਗ ਦੇ ਉੱਤੇ ਪਾ ਕੇ ਸਾੜ ਦਿੰਦੇ ਆ। ਇਹ ਹਾਲੇ ਵੀ ਇਹ ਲੋਕ ਕਰਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਪ੍ਰਭੂ ਨੇ ਉਹਨਾਂ ਨੂੰ ਦਿੱਤੀਆਂ ਤਾਂ ਕਿ ਤੁਹਾਨੂੰ ਯਾਦ ਰਹੇ ਕਿ ਤੁਹਾਨੂੰ ਲੈ ਕੇ ਕੌਣ ਆਇਆ, ਇਹ ਧਰਤੀ ਦੀ ਬਰਕਤ ਤੁਹਾਨੂੰ ਕਿਹਨੇ ਦਿੱਤੀ ਆ। ਔਰ ਦੂਸਰਾ ਤਾਂ ਕਿ ਪੁਰੋਹਿਤ ਜਿਨ੍ਹਾਂ ਦੇ ਕੋਲ ਜ਼ਮੀਨ ਹੈ ਨਹੀਂ, ਜ਼ਮੀਨ ਜਾਇਦਾਦ ਹੈ ਨਹੀਂ ਗੀ, ਉਹਨਾਂ ਦੀਆਂ ਜ਼ਰੂਰਤਾਂ ਵੀ ਪੂਰੀਆਂ। ਔਰ ਇਸੇ ਤਰ੍ਹਾਂ ਮੰਦਿਰ ਦੇ ਵਿੱਚ ਬਹੁਤ ਸਾਰੇ ਗਰੀਬਾਂ ਨੇ, ਗਰੀਬ, ਅਨਾਥ, ਵਿਧਵਾਵਾਂ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਸੀ। ਸੋ ਇਹ ਸਾਰਾ ਕੁਝ ਜਿਹੜਾ ਕੀਤਾ ਜਾ ਰਿਹਾ ਇੱਕ ਅੱਛੀ ਸੁਸਾਇਟੀ ਦੇ ਲਈ ਕੀਤਾ ਜਾ ਰਿਹਾ। ਔਰ ਦੂਸਰਾ ਜਿਹੜਾ ਤੀਸਰਾ ਚੀਜ਼ ਜਿਹੜੀ ਇਹ ਸਭ ਕੀਤਾ ਜਾ ਰਿਹਾ, ਸਾਰਿਆਂ ਦਾ ਧਿਆਨ ਜਿਹੜਾ ਆ ਉਹ ਇੱਕ ਜਗ੍ਹਾ ਦੇ ਉੱਤੇ ਲਾਇਆ ਜਾ ਰਿਹਾ, ਇੱਕ ਪ੍ਰਭੂ ਦੇ ਵੱਲ ਲਾਇਆ ਜਾ ਰਿਹਾ। ਐਵਰੀਥਿੰਗ ਜੋ ਕੁਝ ਵੀ ਉਹ ਕਰਦੇ ਆ, ਇੱਕ God is connected। ਪ੍ਰਭੂ ਜਿਹੜਾ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਪ੍ਰਭੂ ਦਾ ਕਨੈਕਸ਼ਨ ਹੈਗਾ। ਚਾਹੇ ਉਹ ਫਸਲ ਕੱਟਦੇ ਆ, ਉਹਦੇ ਵਿੱਚ ਪ੍ਰਭੂ ਦੀ ਹਜ਼ੂਰੀ ਆ। ਉਸ ਲਈ ਪ੍ਰਭੂ ਦੇ ਉਹ ਧੰਨਵਾਦ ਕਰਦੇ ਆ। ਜਿਸ ਲਈ ਕਟਾਈ ਮੁੱਕ ਜਾਂਦੀ ਆ ਫਿਰ ਉਹ ਧੰਨਵਾਦ ਕਰਦੇ ਆ। ਸੋ
ਹਰੇਕ ਚੀਜ਼ ਦੇ ਵਿੱਚ, ਹਰੇਕ ਉਹਨਾਂ ਦੀ ਜ਼ਿੰਦਗੀ ਦੇ ਕੰਮ ਦੇ ਵਿੱਚ ਪ੍ਰਭੂ ਦੀ ਯਾਦਗਾਰੀ, ਇਹ ਸਭ ਯਾਦਗਾਰੀਆਂ, ਪ੍ਰਭੂ ਦੀ ਯਾਦਗਾਰੀ ਉਹਨਾਂ ਦੇ ਵਿੱਚ ਹਮੇਸ਼ਾ ਰਹਿੰਦੀ ਸੀ। ਔਰ ਇਹੋ ਹੀ ਕਾਰਨ ਸੀ ਉਹ ਇਹ ਬਲੀਆਂ ਦਿੰਦੇ ਸੀ। ਇਹਨਾਂ ਵਿੱਚ ਕਈ ਤਰ੍ਹਾਂ ਦੀਆਂ ਸੀਗੀਆਂ। ਸ਼ੁਕਰਗੁਜ਼ਾਰੀ ਦੀ ਬਲੀ, ਅਗਰ ਕੋਈ ਤੁਸੀਂ ਪ੍ਰਭੂ ਦੇ ਨਾਲ ਜਿਸ ਤਰ੍ਹਾਂ ਕਿਸੇ ਨੇ ਕੋਈ ਸੁਖਣਾ ਸੁਖੀ ਆ, ਉਹ ਬਲੀ, ਤਿਉਹਾਰਾਂ ਦੀਆਂ ਬਲੀਆਂ, ਉਹ ਜਿਹੜੀ ਹਫ਼ਤੇ ਬਾਅਦ ਜਿਹੜੀ ਬਲੀ ਦਿੱਤੀ ਜਾਂਦੀ ਸੀ, ਸਵੇਰ ਦੀ ਤੇ ਸ਼ਾਮ ਦੀ, ਉਹ ਬਲੀ, ਸੋ ਰੋਜ਼ ਦੀ ਬਲੀ, ਇਹ ਸਾਰਾ ਕੁਛ ਜਿਹੜਾ ਸੀਗਾ ਉਹ ਐਵਰੀਥਿੰਗ ਇਜ਼, ਹਰ ਚੀਜ਼ ਜਿਹੜੀ ਆ ਉਹ ਮੰਦਿਰ ਦੇ ਨਾਲ ਰਿਲੇਟਡ ਸੀ। ਮੰਦਿਰ ਦੇ ਨਾਲ ਉਹਨਾਂ ਨੇ ਹਰੇਕ ਚੀਜ਼ ਰਿਲੇਟ ਕੀਤੀ ਸੀ, ਜਿਸ ਦੇ ਨਾਲ ਉਹ ਪ੍ਰਭੂ ਦੇ ਵੱਲ ਲੱਗਾ ਰਹਿੰਦਾ ਸੀ। ਸੋ ਹੁਣ ਆਓ ਅਸੀਂ ਜਿੱਥੇ ਸੀਗੇ, ਅਸੀਂ ਇਹਦੇ 25ਵਾਂ ਚੈਪਟਰ ਪੜ੍ਹ ਲਿਆ ਸੀਗਾ, ਦੂਜੀ ਜਨਗਣਨਾ ਪੜ੍ਹ ਲਈ ਸੀ, ਔਰ ਹੁਣ ਅਸੀਂ 28ਵੇਂ ਚੈਪਟਰ ਤੇ ਪਹੁੰਚ ਚੁੱਕੇ ਹਾਂ। 28ਵੇਂ ਚੈਪਟਰ ਦੇ ਉੱਤੇ ਵੀ ਪ੍ਰਭੂ ਨੇ ਇਹਨਾਂ ਬਲੀਆਂ ਨੂੰ ਦੁਆਰਾ ਉਹਨਾਂ ਨੂੰ ਦੱਸਿਆ ਕਿ ਤੁਸੀਂ ਇਹ ਬਲੀਆਂ ਚੜਾਉਣਾ। ਔਰ ਅਸੀਂ ਬੇਸਿਕਲੀ ਤੁਸੀਂ ਦੇਖਣਾ ਕਿ ਅਸੀਂ ਸੇਮ ਚੀਜ਼ ਦੁਆਰਾ ਪੜ੍ਹਦੇ ਪਏ, ਇਸ ਕਰਕੇ ਮੈਂ 15ਵਾਂ ਭਾਗ ਛੱਡ ਦਿੱਤਾ ਸੀਗਾ ਕਿ ਅਸੀਂ ਅੱਗੇ ਜਾ ਕੇ ਇਹਨਾਂ ਨੂੰ ਦੁਆਰਾ ਦੇਖਣਾ ਹੈ। ਸੋ ਕੁਛ ਇੱਕ ਚੀਜ਼ਾਂ ਜਿਹੜੀਆਂ ਮੈਂ ਛੱਡਦਾ ਜਾ ਰਿਹਾ, ਉਹ ਇਸ ਕਰਕੇ ਛੱਡਦਾ ਜਾ ਰਿਹਾ ਕਿਉਂਕਿ ਅੱਗੇ ਜਾ ਕੇ ਉਹਨਾਂ ਚੀਜ਼ਾਂ ਨੂੰ ਅਸੀਂ ਦੁਆਰਾ ਪੜ੍ਹਨਾ। ਬਹੁਤ ਸਾਰੀਆਂ ਚੀਜ਼ਾਂ ਐਸੀਆਂ ਆ ਜਿਸ ਲਈ ਅਸੀਂ ਵਿਵਸਥਾ ਸਾਰ ਦੇ ਵਿੱਚ ਪਹੁੰਚਣਾ ਹੈ। ਵਿਵਸਥਾ ਸਾਰ ਬੇਸਿਕਲੀ ਪਹਿਲੀਆਂ 5 ਕਿਤਾਬਾਂ ਦਾ ਨਿਚੋੜ, ਔਰ ਜਿਸ ਲਈ ਅਸੀਂ ਵਿਵਸਥਾ ਸਾਰ ਦੇ ਵਿੱਚ ਪਹੁੰਚਣਾ ਆ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਉਹ ਅਸੀਂ ਦੁਆਰਾ ਪੜ੍ਹਨੀਆਂ। ਸੋ ਵਿਵਸਥਾ ਸਾਰ ਜਿਹੜੀ ਹੈ ਇਟਸ ਗੋਇੰ ਟੂ ਗੋ ਵੈਰੀ ਕੁਇਕ, ਜਿਸ ਲਈ ਅਸੀਂ ਉਹਦੇ ਵਿੱਚ ਦੀ ਜਾਣਾ। ਸੋ ਵਿਵਸਥਾ ਸਾਰ ਦੀ ਜਿਹੜਾ ਲਿਖਣਾ ਆ ਉਹ ਸ਼ੁਰੂ ਹੋ ਚੁੱਕਾ ਹੈ, ਉਹ ਇਹਨਾਂ ਜਿਹੜੇ 20 ਸਾਲ ਤੋਂ ਉਦੋਂ ਛੋਟੇ ਸੀ ਬੱਚੇ, ਇਹ ਉਹਨਾਂ ਦੇ ਲਈ ਸੀ ਤਿਆਰੀ ਕੀਤੀ ਗਈ ਸੀ। ਉਹਨਾਂ ਨੂੰ ਵਿਵਸਥਾ ਸਾਰ ਪੜ੍ਹਾਇਆ ਜਾਂਦਾ ਸੀ ਔਰ ਉਹਨਾਂ ਦੇ ਨਾਲ ਇਹ ਪ੍ਰਭੂ ਦਾ ਜਿਹੜਾ ਵਚਨ ਸੀਗਾ, ਉਹ ਕਿ ਪ੍ਰਭੂ ਨੇ ਸਾਨੂੰ ਸਾਡੇ ਨਾਲ ਨੇਮ ਕਿਹੜਾ ਆ, ਪ੍ਰਭੂ ਨੇ ਨੇਮ ਕਿਸ ਤਰ੍ਹਾਂ ਪੂਰਾ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ ਸੀ। ਸੋ ਆਓ ਅਸੀਂ 28ਵੇਂ ਭਾਗ ਦੇ ਵਿੱਚ ਪਹੁੰਚ ਚੁੱਕੇ ਹਾਂ। ਸੋ ਆਓ 28ਵਾਂ ਦੀ ਅਸੀਂ 1 ਤੋਂ ਲੈ ਕੇ 15 ਆਇਤ ਤੱਕ ਅਸੀਂ ਦੇਖਦੇ। ਬਲੀਆਂ ਸੰਬੰਧੀ ਨਿਯਮ। ਪ੍ਰਭੂ ਨੇ ਮੂਸਾ ਨੂੰ ਕਿਹਾ, ਤੂੰ ਇਸਰਾਏਲੀ ਲੋਕਾਂ ਨੂੰ ਇੱਕ ਹੈ, ਉਹ ਮੇਰੇ ਸਾਹਮਣੇ ਚੜਾਉਣ ਵਾਲੀ ਹਰ ਅਨਾਜ ਦੀ ਭੇਟ ਠੀਕ ਠਹਿਰਾਏ ਹੋਏ ਸਮਿਆਂ ਉੱਤੇ ਚੜਾਇਆ ਕਰਨ। ਉਹ ਸਭ ਭੇਟਾਂ ਇਹ ਹਨ: ਹੋਮ ਬਲੀ ਦੇ ਤੌਰ ਤੇ ਹਰ ਦਿਨ ਤੁਸੀਂ 2 ਬਜ ਰਹਿਤ ਲੇਲੇ ਇੱਕ ਸਾਲ ਦਾ ਚੜਾਉਣਾ। ਇੱਕ ਲੇਲਾ ਸਵੇਰ ਦੇ ਵੇਲੇ ਬਲੀ ਕਰਨਾ ਤੇ ਦੂਜਾ ਤਰਕਾਲਾਂ ਵੇਲੇ। ਦੋਵੇਂ ਵੇਲੇ ਦੀ ਬਲੀ ਨਾਲ 1 ਕਿਲੋ ਮੈਦਾ ਤੇ 1 ਬੋਤਲ ਸ਼ੁੱਧ ਤੇਲ ਦੀ ਵੀ ਚੜਾਉਣਾ। ਸੋ ਇਹ ਹਰ ਦਿਨ ਦੀ ਅਨਾਜ ਦੀ ਭੇਟ ਹੋਵੇਗੀ ਜੋ ਸਭ ਤੋਂ ਪਹਿਲਾਂ ਸੀਨੇ ਪਹਾੜ ਦੀ ਚੜਾਈ ਗਈ ਸੀ, ਕਿਉਂਕਿ ਇਸ ਦੀ ਸੁਗੰਧ ਪ੍ਰਭੂ ਨੂੰ ਪਸੰਦ ਹੈ। ਪ੍ਰਭੂ ਦੇ ਸਾਹਮਣੇ ਪੀਣ ਦੀ ਭੇਟ ਵੱਲੋਂ 1 ਬੋਤਲ ਦਾਖਸਾਰ ਦੀ ਪਹਿਲੇ ਲੇਲੇ ਦੀ ਬਲੀ ਦੇ ਨਾਲ ਬੇਦੀ ਉੱਤੇ ਡੋਲੀ ਜਾਵੇ। ਇਸੇ ਤਰ੍ਹਾਂ ਤਰਕਾਲਾਂ ਦੀ ਬਲੀ ਸਮੇਂ ਵੀ ਕੀਤਾ ਜਾਵੇ, ਕਿਉਂਕਿ ਇਹ ਅਨਾਜ ਦੀ ਭੇਟ ਹੈ ਜਿਸ ਦੀ ਸੁਗੰਧ ਪ੍ਰਭੂ ਨੂੰ ਪਸੰਦ ਹੈ। ਸਬਤ ਦੇ ਦਿਨ ਦੀ ਬਲੀ। ਹਰ ਸਬਤ ਦੇ ਦਿਨ ਤੁਸੀਂ 2 ਬਜ ਰਹਿਤ ਲੇਲੇ 1 ਸਾਲ ਦੇ ਬਲੀ ਕਰਨਾ। ਉਹਨਾਂ ਦੇ ਨਾਲ 2 ਕਿਲੋ ਤੇਲ ਤੇ ਦਾਖਸਾਰ ਮਿਲਿਆ ਮੈਦਾ ਵੀ ਭੇਟ ਕਰਨਾ। ਇਹ ਹੋਮ ਦੀ ਬਲੀ ਹਰ ਦਿਨ ਦੀ ਬਲੀ ਜੋ ਦਾਖਸਾਰ ਨਾਲ ਚੜਾਈ ਜਾਂਦੀ ਹੈ ਤੋਂ ਇਲਾਵਾ ਹੋਵੇਗੀ। ਮਹੀਨੇ ਦੇ ਪਹਿਲੇ ਦਿਨ ਦੀ ਬਲੀ। ਤੁਸੀਂ ਹਰ ਮਹੀਨੇ ਦੇ ਪਹਿਲੇ ਦਿਨ ਇਹ ਹੋਮ ਬਲੀ ਚੜਾਉਣਾ। 2 ਬੈਠ ਕੇ 1 ਛਤਰਾ ਅਤੇ 7 1 ਸਾਲ ਦੇ ਲੇਲੇ। ਇਹ ਸਭ ਜਾਨਵਰ ਵਜ ਰਹਿਤ ਹੋਣ। ਇਸ ਦੇ ਨਾਲ ਹੀ ਅਨਾਜ ਦੀ ਭੇਟ ਵੱਲੋਂ 1 ਛਤਰੇ ਦੇ ਨਾਲ 2 ਕਿਲੋ ਮੈਦਾ ਅਤੇ 1 ਲੇਲੇ ਦੇ ਨਾਲ 1 ਕਿਲੋ ਮੈਦੇ ਦੀ ਭੇਟ ਚੜਾਉਣਾ। ਇਹ ਹੋਮ ਬਲੀ ਪ੍ਰਭੂ ਦੇ ਸਾਹਮਣੇ ਅਨਾਜ ਦੀ ਭੇਟ ਹੋਵੇਗੀ। ਪਰ ਇਸ ਦੇ ਨਾਲ ਹੀ ਪੀਣ ਦੀ ਭੇਟ 1 ਬੈਠਕੇ ਦੇ ਨਾਲ 2 ਬੋਤਲਾਂ ਦਾਖਸਾਰ ਦੀਆਂ, 1 ਛਤਰੇ ਦੇ ਨਾਲ ਬੋਤਲ ਅਤੇ 1 ਲੇਲੇ ਦੇ ਨਾਲ 1 ਬੋਤਲ ਦਾਖਸਾਰ ਦੀ ਚੜਾਉਣਾ। ਸੋ ਉਹ ਬਲੀ ਹਰ ਮਹੀਨੇ ਦੇ ਪਹਿਲੇ ਦਿਨ ਨੂੰ ਤੁਸੀਂ ਚੜਾਇਆ ਕਰਨਾ। ਇਸ ਦੇ ਨਾਲ ਹੀ ਤੁਸੀਂ ਹਰ ਦਿਨ ਬਲੀ ਦੇ ਨਾਲ ਪਾਪ ਬਲੀ ਵੱਲੋਂ 1 ਬੱਕਰਾ ਪ੍ਰਭੂ ਦੇ ਸਾਹਮਣੇ ਭੇਟ ਕਰਨਾ। ਆਮੀਨ। ਇੱਥੇ ਅਸੀਂ ਕੀ ਦੇਖਦੇ ਪਏ ਹਾਂ? ਇਹ 6 ਲੱਖ ਤੋਂ ਜ਼ਿਆਦਾ ਘਰਾਣੇ ਆ ਜਿਹੜੇ ਬਲੀ ਲੈ ਕੇ ਆ ਰਹੇ, ਉਹਨਾਂ ਵਿਚਾਰਿਆਂ ਦੀ ਵਾਰੀ ਨਹੀਂ ਆਉਂਦੀ ਪਈ। ਔਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆ, ਇਹ ਸਾਰੀਆਂ ਜਿਹੜੇ ਉਹ ਪ੍ਰਭੂ ਦਾ ਪਵਿੱਤਰ ਤੰਬੂ ਆ, ਇਹ ਉੱਥੇ ਹੋ ਰਹੀਆਂ। ਲੋਕ ਤਾਂ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਸੀ ਵੀ ਕਦੋਂ ਸਾਡੇ ਕੁੱਲ ਦੀ ਜਾਂ ਸਾਡੇ ਟੱਬਰ ਦੀ ਵਾਰੀ ਕਦੋਂ ਆਉਣੀ। ਯਾਨੀ ਕਿ
ਪੰਜ 6 ਟੱਬਰ ਇਕੱਠੇ ਹੋ ਕੇ ਜਿਹੜੇ ਹੁੰਦੇ ਸੀਗੇ ਉਹ ਇਕੱਠੇ ਹੋ ਕੇ ਬਲੀ ਲੈ ਕੇ ਆਉਂਦੇ ਸੀ। ਇਟ ਵਾਸ ਨਥਿੰਗ ਜਿਹੜਾ ਇਹ ਚੜਾਉਂਦੇ ਪਏ ਨਾ, ਇਹ ਕੁਛ ਵੀ ਨਹੀਂ। ਇਹ ਤਾਂ ਇੱਕ ਤਰ੍ਹਾਂ ਦਾ ਤੁਸੀਂ ਇਹ ਕਹਿ ਸਕਦੇ ਆ ਕਿ ਪ੍ਰਭੂ ਨੇ ਇੰਨੀ ਇਹਨਾਂ ਲੋਕਾਂ ਨੂੰ ਬਰਕਤ ਦਿੱਤੀ ਸੀ, ਔਰ ਇਸ ਵੇਲੇ ਇਹਨਾਂ ਕੋਈ ਇੰਨੀ ਜ਼ਿਆਦਾ ਬਰਕਤ ਆ, ਇਹ ਤਾਂ ਖੇਤ ਦੇ ਵਿੱਚੋਂ ਇੱਕ ਸਿੱਟੇ ਦੇ ਬਰਾਬਰ ਜੋ ਇਹ ਲੈ ਕੇ ਆਉਂਦੇ ਪਏ, ਔਰ ਇਹਨਾਂ ਦੀ ਵਾਰੀ ਨਹੀਂ ਸੀ ਆਉਂਦੀ। ਹਰ ਇੱਕ ਬੰਦਾ, ਹਰ ਇੱਕ ਟੱਬਰ ਆਪਣੀ ਵਾਰੀ ਦਾ ਇੰਤਜ਼ਾਰ ਕਰਦਾ ਹੁੰਦਾ ਸੀ ਕਿ ਸਾਡੀ ਵਾਰੀ ਕਦੋਂ ਆਉਣੀ, ਅਸੀਂ ਕਦੋਂ ਬਲੀ ਲੈ ਕੇ ਜਾਣੀ। ਸੋ ਤਾਂ ਕਿ ਹਰ ਇੱਕ ਟੱਬਰ ਚੜਾ ਸਕੇ, ਇਸ ਕਰਕੇ ਪ੍ਰਭੂ ਨੇ ਸ਼ੁਕਰਗੁਜ਼ਾਰੀਆਂ ਦੀਆਂ ਬਲੀਆਂ ਦਿੱਤੀਆਂ। ਇਸ ਕਰਕੇ ਪ੍ਰਭੂ ਨੇ ਉਹਨਾਂ ਨੂੰ ਜਿਹੜੀਆਂ ਸੁਖਣਾ ਦੀਆਂ ਬਲੀਆਂ ਦਿੱਤੀਆਂ ਕਿ ਉਹ ਆਪਣੀ ਸੁਖਣਾ ਦੀ ਬਲੀ ਪ੍ਰਭੂ ਦੇ ਘਰ ਲੈ ਕੇ ਆਉਂਦੇ ਸੀਗੇ। ਸੋ ਇਸ ਦਾ ਇੱਕ ਧਿਆਨ ਸੀ ਕਿ ਜੋ ਕੁਛ ਸਾਨੂੰ ਦਿੱਤਾ ਸਾਡੇ ਪ੍ਰਭੂ ਨੇ ਦਿੱਤਾ, ਔਰ ਜੋ ਕੁਛ ਸਾਡਾ ਆ ਸਾਡੇ ਪ੍ਰਭੂ ਦਾ ਆ, ਔਰ ਜੋ ਕੁਛ ਸਾਡੇ ਪ੍ਰਭੂ ਦਾ ਆ ਉਹ ਸਾਡਾ ਆ। ਔਰ ਸੁਗੰਧ ਦੀ ਜਿਹੜੀ ਗੱਲ ਉਹ ਇਹ ਆ ਕਿ ਕਿਸੇ ਨੇ ਆਪਣੇ ਅੰਤਕਰਨ ਨੂੰ ਲਿਆ ਕੇ ਪ੍ਰਭੂ ਦੇ ਅੱਗੇ ਚੜਾਇਆ। ਕਿਸੇ ਨੇ ਉਹ ਜਾਨਵਰ ਜਿਹੜਾ ਪਾਲਿਆ ਉਸਨੇ, ਔਰ ਸਿਰਫ ਪ੍ਰਭੂ ਦੇ ਲਈ ਪਾਲਿਆ। ਯਾਨੀ ਕਿ 4-4, 5-5 ਹਜ਼ਾਰ ਉਹਨਾਂ ਦੇ ਜਦੋਂ ਬੱਕਰੀਆਂ ਭੇਡਾਂ ਦੇ ਜਦੋਂ ਬੱਚੇ ਹੁੰਦੇ ਸੀ, 4-4, 5-5, 6-6 ਹਜ਼ਾਰ ਬੱਚੇ ਉਹਨਾਂ ਦੇ ਪੈਦਾ ਹੁੰਦੇ ਸੀ ਹਫ਼ਤੇ ਦੇ ਵਿੱਚ, ਉਸ ਸੀਜ਼ਨ ਦੇ ਵਿੱਚ, ਮਹੀਨੇ ਦੇ ਵਿੱਚ ਕਾਫੀ ਬੱਚੇ ਪੈਦਾ ਹੋ ਜਾਂਦੇ ਸੀ। ਉਹਨਾਂ ਦੇ ਵਿੱਚੋਂ ਚੁਣ ਕੇ 1 ਜਾਂ 2 ਉਹ ਰੱਖਣੇ, ਔਰ ਇੱਕ ਰੱਖਣਾ ਪਸਾਹ ਦੇ ਤਿਉਹਾਰ ਦੇ ਲਈ ਉਹਨੂੰ ਪਾਲਣਾ, ਔਰ ਇੱਕ ਨੂੰ ਪ੍ਰਭੂ ਦੇ ਲਈ ਪਾਲਣਾ। ਹੁਣ 4-5 ਹਜ਼ਾਰ ਲੇਲਿਆਂ ਦੇ ਵਿੱਚ 1 ਜਾਂ 2 ਉਹ ਪਾਲਦੇ ਪਏ ਸਿਰਫ, ਪਰ ਉਸਨੂੰ ਪਾਲਣਾ ਆਪਣੇ ਬੱਚਿਆਂ ਦੇ ਵਾਂਗ। ਉਹ ਬਾਕੀ ਦੇ ਇੱਜੜ ਦੇ ਨਾਲ ਬਾਹਰ ਨਹੀਂ ਸੀ ਜਾਂਦਾ, ਉਹ ਘਰ ਰਹਿੰਦਾ ਸੀ, ਔਰ ਘਰ ਰਹਿ ਕੇ ਉਹ ਜਿੱਦਾਂ ਬੱਚਿਆਂ ਦੇ ਨਾਲ ਉਹਦਾ ਖਾਣਾ ਪੀਣਾ ਹੁੰਦਾ ਸੀ। ਸਾਰੇ ਟੱਬਰ ਨੂੰ ਉਸਦੇ ਨਾਲ ਪਿਆਰ ਹੁੰਦਾ ਸੀ। ਇੱਕ ਬੱਚਾ ਹੁੰਦਾ ਸੀ, ਜਿੱਦਾਂ ਸਾਡੀ ਜਿਹੜੀ ਹੈਗੀ ਚਿੜੀ ਜੀ ਰੱਖੀ ਉਹ ਆ ਕੇ ਸਿਰ ਤੇ ਬਹਿ ਜਾਂਦੀ ਹੈ। ਉਹ ਸਾਰੇ ਘਰ ਦੇ ਵਿੱਚ ਆਪਣੇ ਆਪ ਨੂੰ ਬੌਸ ਸਮਝਦੀ, ਸਾਰਾ ਘਰ ਮੇਰਾ ਹੈ। ਕਿਤੇ ਉਹਦੇ ਪਿੰਜਰੇ ਦੇ ਲਾਗੇ ਮੱਖੀ ਵੀ ਚੱਲ ਜਾਵੇ ਤਾਂ ਲੜਦੀ ਹੈ ਉਹਦੇ ਨਾਲ। ਸੋ ਇਸੇ ਤਰ੍ਹਾਂ ਉਹ ਆਪਣੇ ਆਪ ਨੂੰ ਘਰ ਦਾ ਇੱਕ ਮੈਂਬਰ ਸਮਝਦਾ ਸੀ, ਪਰ ਫਿਰ ਉਸਨੂੰ ਲੈ ਕੇ ਜਾਣਾ, ਔਰ ਫਿਰ ਉਸਨੂੰ ਬਲੀ ਕਰਨਾ, ਉਸਨੂੰ ਕੱਟਣਾ, ਔਰ ਪ੍ਰਭੂ ਦੇ ਅੱਗੇ ਚੜਾਉਣਾ। ਸੋ ਉਹ ਅੰਤ ਕਰਨ ਦੀ ਜਿਹੜੀ ਬਲੀ ਹੈ, ਉਹ ਟੁੱਟੇ ਦਿਲ ਦੀ ਬਲੀ ਹੈ, ਉਹ ਪ੍ਰਭੂ ਨੂੰ ਪਸੰਦ ਸੀ। ਇਹ ਚੀਜ਼ ਇੱਥੇ ਆ। ਬਾਕੀ ਆਪਾਂ ਕੱਲ ਨੂੰ ਦੇਖਾਂਗੇ, ਕੱਲ ਬਾਕੀ ਬਲੀਆਂ। ਹੁਣ ਅਸੀਂ ਬਸ ਲਗਾਤਾਰ ਬਲੀਆਂ ਦੇ ਬਾਰੇ ਪੜ੍ਹਨਾ ਆ, ਅਸੀਂ ਕੱਲ ਨੂੰ ਦੇਖਾਂਗੇ, ਔਰ ਫਿਰ ਪ੍ਰਭੂ ਨੇ ਉਹਨਾਂ ਨੂੰ ਸ਼ਹਿਰਾਂ ਦੇ ਬਾਰੇ ਦੱਸਣਾ, ਸਾਰੀਆਂ ਚੀਜ਼ਾਂ ਦੇ ਬਾਰੇ ਦੱਸਣਾ, ਔਰ ਕੌਮ ਨੂੰ ਕਿੱਦਾਂ ਬਿਠਾਉਣਾ ਉਹਦੇ ਬਾਰੇ ਦੱਸਣਾ, ਔਰ ਫਿਰ ਇਸੇ ਤਰ੍ਹਾਂ ਅਸੀਂ ਵਿਵਸਥਾ ਸਾਰ ਦੇ ਵਿੱਚ ਪਹੁੰਚ ਜਾਣਾ। ਪਿਆਰੇ ਪ੍ਰਭੂ, ਮੈਂ ਤੇਰਾ ਬਹੁਤ ਸ਼ੁਕਰ ਕਰਦਾ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ, ਤੇਰੀ ਮਹਾਨਤਾ ਦੇ ਲਈ। ਤੂੰ ਸਾਡਾ ਪਿਆਰਾ ਪ੍ਰਭੂ ਆ ਖੁਦਾਵੰਦ, ਜੋ ਜਿਸ ਦਾ ਪਿਆਰ ਸਾਡੇ ਇਰਦ ਗਿਰਦ ਇਸ ਤਰ੍ਹਾਂ ਆ ਕਿ ਅਸੀਂ ਹਾਲੇ ਪਾਪੀ ਹੀ ਸੀ, ਤੇ ਪ੍ਰਭੂ ਜੀ ਤੇਰਾ ਪੁੱਤਰ ਸਾਡੇ ਲਈ ਮੋਇਆ। ਅਸੀਂ ਤੇਰਾ ਸ਼ੁਕਰ ਕਰਦੇ ਹਾਂ ਖੁਦਾਵੰਦ ਕਿ ਉਸਨੇ ਸਾਡੇ ਪੈਰ ਧੋਤੇ ਤਾਂ ਕਿ ਤੇਰਾ ਆਤਮਾ ਸਾਡੇ ਅੰਦਰ ਵਾਸ ਕਰੇ। ਇਸ ਤੇਰੇ ਪ੍ਰਭੂ ਜੀ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਤੂੰ ਸਾਡੇ ਨਾਲ ਬਣਿਆ ਰਹੀ, ਤੇਰੀ ਰਾਖੀ, ਤੇਰਾ ਰਹਿਮ ਸਾਡੇ ਸਭ ਦੇ ਲਾਗੇ, ਤੇਰੀ ਹਜ਼ੂਰੀ ਪ੍ਰਭੂ ਜੀ ਉਸ ਦੀ ਭਰਪੂਰੀ ਸਾਡੇ ਸਭ ਦੇ ਨਾਲ, ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖਣਾ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖਣਾ। ਪ੍ਰਭੂ ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ, ਔਰ ਸਾਰੇ ਭੈਣ ਭਰਾ ਆਮੀਨ। ਬਸ